ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਸੰਗਤ ਜੀ ਆਇਆਂ ਨੂੰ, ਜੀ ਆਇਆਂ ਨੂੰ, ਜੀ ਆਇਆਂ ਨੂੰ। ਸ਼ੁਕਰ ਹੈ, ਸ਼ੁਕਰ ਹੈ। ਤੋ ਸੰਗਤ ਜੀ, ਅੱਜ ਦਾ ਟੌਪਿਕ ਅਸੀਂ ਇਮੋਸ਼ਨਸ ਦੇ ਉੱਤੇ ਲਿਆ ਹੈ। ਇਹਦੀ ਪੂਰੀ ਡਿਟੇਲ ਵਿੱਚ ਜਾਵਾਂਗੇ ਕਿ ਇਮੋਸ਼ਨਸ ਕੀ ਹੁੰਦੇ ਨੇ ਔਰ ਚੰਗੇ ਇਮੋਸ਼ਨਸ, ਮਾੜੇ ਇਮੋਸ਼ਨ ਜਿਨ੍ਹਾਂ ਨੂੰ ਕਿਹਾ ਗਿਆ ਹੈ, ਤਾਂ ਇਹਨਾਂ ਦਾ ਇਫੈਕਟ ਕੀ ਹੈ ਇਮੋਸ਼ਨਸ ਦਾ ਸਾਡੀ ਲਾਈਫ ਦੇ ਉੱਤੇ, ਸਾਡੀ ਜ਼ਿੰਦਗੀ ਦੇ ਉੱਤੇ। ਸਾਰੇ ਅਸੀਂ ਚਾਹੁੰਦੇ ਅਸੀਂ ਖੁਸ਼ ਰਹੀਏ, ਸੁਖੀ ਰਹੀਏ, ਤੰਦਰੁਸਤ ਰਹੀਏ, ਇੰਜੋਏ ਕਰੀਏ ਆਪਣੀ ਲਾਈਫ ਨੂੰ, ਹੈ ਨਾ, ਖਿਲੇ ਖਿਲੇ ਲਾਈਟ ਰਹੀਏ ਅਸੀਂ। ਲੇਕਿਨ ਇਹ ਰਹਿ ਨਹੀਂ ਪਾਉਂਦੇ। ਕਾਰਨ ਕੀ ਹੁੰਦਾ? ਸਾਡੇ ਇਮੋਸ਼ਨਸ ਜਿਹੜੇ ਨੇ ਨਾ, ਇਹਨਾਂ ਦਾ ਬਹੁਤ ਜ਼ਿਆਦਾ ਇਫੈਕਟ ਸਾਡੇ ਉੱਤੇ ਪੈਂਦਾ। ਸਾਡਾ ਇੱਕ ਵੀ ਇਮੋਸ਼ਨਸ ਕੀ ਨੇ ਜਿਹੜੇ ਜੋ ਅਸੀਂ ਫੀਲ ਕਰ ਰਹੇ ਹਾਂ, ਜਿਵੇਂ ਵਿਚਾਰ ਉੱਠਿਆ ਮਨ ਦੇ ਵਿੱਚ, ਉਹ ਥਾਟ ਤੱਕ ਆ, ਉਸ ਤੋਂ ਬਾਅਦ ਜਿਹੜੀਆਂ ਸਾਡੀਆਂ ਫੀਲਿੰਗਸ ਨੇ ਜੋ ਅਸੀਂ ਫੀਲ ਕਰਦੇ ਹਾਂ, ਉਹਨਾਂ ਨੂੰ, ਭਾਵਨਾਵਾਂ ਨੂੰ, ਉਹਨਾਂ ਨੂੰ ਇਮੋਸ਼ਨਸ ਕਿਹਾ ਜਾਂਦਾ। ਤੋ ਸਾਡਾ ਜਿਹੜੀਆਂ ਫੀਲਿੰਗਸ ਨੇ ਉਹ ਸਾਡੀ ਫਿਰ ਪੂਰੀ ਬਾਡੀ ਦੇ ਵਿੱਚ ਜਿਹੜੀਆਂ ਅਸਰ ਕਰਦੀਆਂ ਨੇ, ਸਾਡੇ ਗਲੈਂਡਸ ਦੇ ਉੱਤੇ ਅਸਰ ਕਰਦੀਆਂ ਨੇ। ਸੋ ਇੱਕ ਇੱਕ ਸੈੱਲ ਦੇ ਉੱਤੇ ਅਸਰ ਹੁੰਦਾ ਸਾਡੇ ਇਮੋਸ਼ਨਸ ਦਾ। ਇਮੋਸ਼ਨਸ ਸਾਰੀ ਤਰ੍ਹਾਂ ਦੇ ਹੁੰਦੇ ਨੇ, ਜਿਵੇਂ ਕਦੇ ਅਸੀਂ ਦੁਖੀ ਫੀਲ ਕਰ ਸਕਦੇ ਹਾਂ, ਕਦੀ ਸੁਖੀ, ਕਦੀ ਖੁਸ਼, ਕਦੀ ਉਦਾਸ, ਕਦੀ ਐਕਸਾਈਟਮੈਂਟ ਹੁੰਦੀ ਹੈ, ਕਦੀ ਥੋੜਾ ਲੇਜ਼ੀ ਹੋਏ ਹੁੰਦੇ ਹਾਂ। ਸਾਰੇ ਇਮੋਸ਼ਨਸ ਅੱਛੇ ਨੇ, ਇੱਕੋ ਤਰ੍ਹਾਂ ਨਹੀਂ ਰਹਿੰਦੇ, ਜੀਵਨ ਇਸੇ ਤਰ੍ਹਾਂ ਹੀ ਚੱਲਦਾ ਹੈ। ਪਰ ਜਦੋਂ ਨੈਗੇਟਿਵ ਇਮੋਸ਼ਨਸ ਦੇ ਵਿੱਚ ਅਸੀਂ ਆ ਜਾਂਦੇ ਹਾਂ ਨਾ, ਤਾਂ ਸਾਨੂੰ ਇਮੋਸ਼ਨਸ ਜਿਹੜੇ ਨੇ ਬੈਲੈਂਸ ਨਹੀਂ ਕਰਨੇ ਜਦੋਂ ਆਉਂਦੇ, ਗੜਬੜ ਉੱਥੋਂ ਸ਼ੁਰੂ ਹੁੰਦੀ ਹੈ। ਇਸ ਸੰਸਾਰ ਵਿੱਚ ਆਏ ਹਾਂ, ਬਹੁਤ ਕੁਝ ਸਾਨੂੰ ਸੰਸਾਰ ਦੇ ਵਿੱਚ ਫੇਸ ਕਰਨਾ ਪੈਂਦਾ। ਤਾਂ ਕਦੀ ਮੂਡ ਜਿਹੜਾ ਹੈ ਉਹ ਬਦਲਦਾ ਹੈ, ਕਦੀ ਦੁੱਖ ਆਉਂਦੇ ਨੇ, ਥੋੜਾ ਬੰਦਾ ਦੁਖੀ ਵੀ ਫੀਲ ਕਰਦਾ ਹੈ, ਜ਼ਿਆਦਾ ਵੀ ਦੁਖੀ ਫੀਲ ਕਰ ਸਕਦਾ ਹੈ, ਪਰ ਉਸ ਵਿੱਚੋਂ ਨਿਕਲਣ ਆਉਣ ਦੀ ਕਲਾ ਹੋਣੀ ਚਾਹੀਦੀ ਹੈ। ਸਾਨੂੰ ਇਮੋਸ਼ਨਸ ਨੂੰ ਬੈਲੈਂਸ ਕਰਨਾ ਆਉਣਾ ਚਾਹੀਦਾ ਹੈ। ਜਦੋਂ ਖੁਸ਼ੀਆਂ ਦਾ ਮਾਹੌਲ ਹੁੰਦਾ ਘਰ ਦੇ ਵਿੱਚ, ਥੋੜਾ ਟਾਈਮ ਬੰਦਾ ਜ਼ਿਆਦਾ ਖੁਸ਼ ਰਹਿੰਦਾ, ਉਹ ਚੰਗੀ ਗੱਲ ਹੈ, ਕੋਈ ਮਾੜੀ ਗੱਲ ਨਹੀਂ। ਉਹ ਤੋਂ ਬਾਅਦ ਫਿਰ ਜ਼ਿੰਦਗੀ ਨੂੰ ਜਿਹੜਾ ਨਾ ਇੱਕ ਸਟੇਬਲ ਕਰਕੇ, ਬੈਲੈਂਸ ਕਰਕੇ ਜਿਹੜਾ ਚੱਲਣਾ, ਉਹ ਬਹੁਤ ਜ਼ਰੂਰੀ ਹੈ। ਕਈ ਵਾਰ ਸੱਟਾਂ ਲੱਗਦੀਆਂ ਨੇ ਜ਼ਿੰਦਗੀ ਵਿੱਚ, ਕੁਝ ਟਰਾਮਾਸ ਹੁੰਦੇ ਨੇ, ਕੀ ਕੁਝ ਹੁੰਦਾ ਹੈ, ਇਹਦੇ ਵਿੱਚੋਂ ਕਈ ਵਾਰ ਬੰਦਾ ਨਿਕਲ ਨਹੀਂ ਪਾਉਂਦਾ, ਉਦੋਂ ਗੜਬੜ ਹੁੰਦੀ ਹੈ। ਤੋ ਜਿਹੜੀਆਂ ਰਿਸਰਚਸ ਲਈਆਂ ਨੇ, ਇਹ ਜ਼ਿਆਦਾਤਰ ਇਸ ਵਾਰ ਲਿਆ ਕੈਨੇਡਾ ਮੈਂਟਲ ਹੈਲਥ ਐਸੋਸੀਏਸ਼ਨ ਵਾਲੀਆਂ ਦੀਆਂ, ਔਰ ਸਭ ਤੋਂ ਜ਼ਿਆਦਾ WebMD, ਜਿਹੜੇ ਕਿ ਡਾਕਟਰਸ ਲੋਕ ਵੀ ਇਹਨਾਂ ਦੀਆਂ ਰਿਸਰਚਸ ਨੂੰ ਦੇਖਦੇ ਰਹਿੰਦੇ ਨੇ, ਇਹ ਕੀ ਕਹਿ ਰਹੇ ਨੇ, ਇਹਨਾਂ ਦੀ ਰਿਸਰਚਸ ਕੀ ਕਹਿ ਰਹੀਆਂ ਨੇ। ਸੋ ਹੋਰ ਹੈ ਹਾਰਵਰਡ ਦੀ ਸਟੱਡੀਜ਼, ਯੂਨੀਵਰਸਿਟੀ ਆਫ ਕੈਲੀਫੋਰਨੀਆ ਦੀਆਂ ਨੇ, ਹੋਰ ਵੀ ਨੇ, ਪਰ ਮੇਨ ਇਹਨਾਂ ਦੋਨਾਂ ਨੂੰ ਲਿਆ ਅੱਜ ਅਸੀਂ, WebMD ਐਂਡ ਕੈਨੇਡਾ ਮੈਂਟਲ ਹੈਲਥ ਐਸੋਸੀਏਸ਼ਨ ਵਾਲਿਆਂ ਦਾ। ਇਹ ਕਹਿ ਰਹੇ ਨੇ ਵੀ ਜਿਹੜੇ ਇਮੋਸ਼ਨਸ ਤਾਂ ਅੱਛੇ ਹੁੰਦੇ ਨੇ, ਮਤਲਬ ਸਾਡੇ ਲਈ ਬਣਾਏ ਨੇ, ਇੱਕ ਬੰਦੇ ਦੇ ਲਈ ਨੇ ਇਮੋਸ਼ਨਸ ਜਿਹੜੇ ਨੇ, ਉਹ ਸਾਰੇ ਐਕਸਪੀਰੀਅੰਸ ਕਰੇ ਸਾਰੇ ਇਮੋਸ਼ਨਸ ਨੂੰ, ਤੇ ਐਕਨੋਲੇਜ ਕਰੇ ਆਪਣੇ ਇਮੋਸ਼ਨਸ ਨੂੰ। ਪਰ ਜਦੋਂ ਅਸੀਂ ਸਟਕ ਹੋ ਜਾਂਦੇ ਆ ਜ਼ਿਆਦਾ ਨੈਗੇਟਿਵ ਇਮੋਸ਼ਨਸ ਦੇ ਵਿੱਚ, ਗੜਬੜ ਉੱਥੋਂ ਸ਼ੁਰੂ ਹੁੰਦੀ ਹੈ। ਉਹਨੂੰ ਫਿਰ ਇਹਨਾਂ ਨੇ ਕਿਹਾ ਵੀ ਉਹਨੂੰ ਅਸੀਂ ਇਮੋਸ਼ਨਲ ਇਲਨੈਸ ਦਾ ਨਾਮ ਦਿੰਦੇ ਆ, ਮਤਲਬ ਇਮੋਸ਼ਨਲ ਬਿਮਾਰੀ, ਭਾਵਨਾ ਦੀ ਬਿਮਾਰੀ। ਤਾਂ ਇਹਦੀਆਂ ਨਿਸ਼ਾਨੀਆਂ ਕੀ ਨੇ? ਕਦੋਂ ਸਾਨੂੰ ਪਤਾ ਚੱਲੇ ਕਿ ਅਸੀਂ, ਕਿਉਂਕਿ ਥੋੜਾ ਦੁਖੀ ਤਾਂ ਸਾਰੇ ਹੀ ਹੁੰਦੇ ਨੇ, ਕਦੀ ਉਦਾਸ ਵੀ ਹੁੰਦੇ ਨੇ, ਕਦੀ ਲੇਜ਼ੀ ਵੀ ਹੁੰਦੇ ਨੇ, ਕਦੀ ਮੂਡ ਇੱਧਰ ਉੱਧਰ ਹੋ ਸਕਦਾ, ਉਹ ਕੋਈ ਗੱਲ ਨਹੀਂ, ਇਟਸ ਓਕੇ। ਪਰ ਉਹ ਕਹਿੰਦੇ ਕਦੋਂ ਪਤਾ ਚੱਲੇ ਕਿ ਤੁਸੀਂ ਇਸ ਬਿਮਾਰੀ ਵਿੱਚ ਹੀ ਪਹੁੰਚ ਗਏ ਹੋ? ਉਹਦੀਆਂ ਨਿਸ਼ਾਨੀਆਂ ਕੀ ਨੇ? ਵੀ ਤੁਹਾਡੀਆਂ ਜਿਹੜੀਆਂ ਜ਼ਿਆਦਾ ਟਾਈਮ ਤੁਸੀਂ ਉਦਾਸ ਹੀ ਫੀਲ ਕਰਦੇ ਹੋ, ਜ਼ਿਆਦਾ ਟਾਈਮ ਉਦਾਸੀ, लो फील करोगे, डाउन फील करोगे, कन्फ्यूज्ड रहोगे, मतलब पता नहीं चलना आ करा कोई डिसीजन लैण वेले भी तुसीं ज़्यादा कन्फ्यूज्ड माइंड तुहाडा, और तुहाडी कंसंट्रेशन नहीं बन पाती, ते डर, ज़्यादा डर लगदा। थोड़ा बहुत डर ਤਾਂ ਸਾਰਿਆਂ ਦੀ ਅੱਛੇ, ਡਰ ਤੁਹਾਨੂੰ ਅੱਗੇ ਵੀ ਲੈ ਕੇ ਜਾਂਦਾ ਹੈ, ਪਰ ਜਦੋਂ ਫਿਰ ਹਰ ਵੇਲੇ ਡਰੀ ਜਾਣਾ, ਘਬਰਾਹਟ ਹੋਈ ਜਾਣੀ, ਫਿਕਰ ਕਰੀ ਜਾਣਾ, ਮਤਲਬ ਹਰ ਵੇਲੇ ਚਿੰਤਾ ਦੇ ਵਿੱਚ ਹੀ ਰਹੀ ਜਾਣਾ, ਇਹ ਨਿਸ਼ਾਨੀਆਂ ਨੇ ਇਮੋਸ਼ਨਲ ਇਲਨੈਸ ਦੀਆਂ। ਤੇ ਗਿਲਟ ਵਿੱਚ ਚਲੇ ਜਾਣਾ, ਵੀ ਮੇਰੇ ਕੋਲ ਉਹ ਜਿਹੜੀ ਗਲਤੀ ਹੋ ਗਈ ਉਹ ਚੋਂ ਨਿਕਲ ਨਹੀਂ ਪਾਣਾ, ਉਹਦਾ ਗਿਲਟ ਫੀਲ ਕਰੀ ਜਾਣਾ, ਐਕਸਟ੍ਰੀਮ ਗਿਲਟ। ਥੋੜਾ ਬਹੁਤ ਗਿਲਟ ਹੋਣਾ ਅੱਛੀ ਗੱਲ ਹੈ, ਤਾਂ ਕਿ ਉਹ ਤੋਂ ਬਾਅਦ ਬੰਦਾ ਆਪਣੇ ਆਪ ਨੂੰ ਸੁਧਾਰੇ, ਲੇਕਿਨ ਐਕਸਟ੍ਰੀਮ ਦੇ ਵਿੱਚ ਚਲੇ ਜਾਣਾ ਇਹ ਬਿਮਾਰੀ ਹੈ। ਸੋ ਮੂਡ ਵੀ ਜਿਹੜੇ ਐਕਸਟ੍ਰੀਮ ਦੇ ਵਿੱਚ ਚੇਂਜ ਹੋਈ ਜਾਣੇ, ਜਾਂ ਤਾਂ ਬਹੁਤ ਜ਼ਿਆਦਾ ਹਾਈ ਲੈਵਲ ਤੇ ਜਾਂ ਬਿਲਕੁਲ ਲੋ ਫੀਲ ਕਰੀ ਜਾਣਾ, ਔਰ ਫਿਰ ਆਪਣੇ ਆਪ ਨੂੰ ਕੱਟ ਆਫ, ਵਿਦਡਰਾ ਕਰ ਲੈਣਾ ਫਰੈਂਡਸ ਤੋਂ, ਐਕਟੀਵਿਟੀਜ਼ ਤੋਂ, ਇਕੱਲਾ ਰਹਿਣਾ ਜਿਹੜਾ ਪਸੰਦ ਕਰਨਾ ਸ਼ੁਰੂ ਕਰ ਦੇਣਾ।
ਸੋ ਲੋ ਐਨਰਜੀ ਫੀਲ ਕਰਨੀ, ਥੱਕਿਆ-ਥੱਕਿਆ ਫੀਲ ਕਰਨਾ ਔਰ ਨੀਂਦ ਅਤੇ ਭੁੱਖ 2 ਚੀਜ਼ਾਂ ਜਿਹੜੀਆਂ ਉਹ ਖਰਾਬ ਹੋ ਜਾਂਦੀਆਂ ਨੇ। ਜਾਂ ਤਾਂ ਜ਼ਿਆਦਾ ਸੋਏਗਾ ਜਾਂ ਘੱਟ ਨੀਂਦ ਘੱਟ ਜਾਏਗੀ, ਜਾਂ ਜ਼ਿਆਦਾ ਖਾਈ ਜਾਵੇਗਾ ਜਾਂ ਭੁੱਖ ਘੱਟ ਜਾਏਗੀ। ਇਹ ਸਾਰੀਆਂ ਓਵਰਆਲ ਮਿਲ ਕੇ ਨਿਸ਼ਾਨੀਆਂ ਨੇ। ਇੱਕ ਅੱਧੀ ਕੋਈ ਹੋ ਜਾਵੇ ਤਾਂ ਇੰਨਾ ਨਾ ਸੋਚੋ ਕਿ ਅਸੀਂ ਬਹੁਤ ਜ਼ਿਆਦਾ ਆ, ਹੈਂਡਲ ਕੀਤਾ ਜਾ ਸਕਦਾ। ਇੰਨਾ ਵੀ ਹੋ ਜਾਵੇ ਤਾਂ ਵੀ ਇਹਨੂੰ ਹੈਂਡਲ ਕੀਤਾ ਜਾ ਸਕਦਾ। ਸੋ ਹਾਂ, ਅਗਲਾ ਹੋਰ ਇਹਨਾਂ ਨੇ ਕਿਹਾ ਕਿ ਇੱਕ ਹੋਰ ਬਹੁਤ ਜ਼ਿਆਦਾ ਜਿਹੜਾ ਰੇਸਿੰਗ ਥਾਟਸ, ਮਤਲਬ ਮਨ ਦੇ ਵਿੱਚ ਇੰਨੇ ਵਿਚਾਰਾਂ ਦੀ ਚੇਨ ਚੱਲੀ ਜਾ ਰਹੀ ਹੈ, ਦੌੜੀ ਜਾ ਰਿਹਾ ਮਨ। ਇਹ ਵੀ ਇਲਨੈਸ ਹੈ, ਇਮੋਸ਼ਨਲ ਇਲਨੈਸ ਹੈ। ਤੇ ਰਿਸਰਚਰਸ ਕੀ ਕਹਿੰਦੀਆਂ ਨੇ ਕਿ ਜਦੋਂ ਅਸੀਂ ਐਂਗਰ ਵਿੱਚ ਹੁੰਦੇ ਹਾਂ, ਸਟ੍ਰੈਸ ਵਿੱਚ ਹੁੰਦੇ ਹਾਂ, ਹੁੰਦਾ ਨਾ ਜ਼ਿਆਦਾ ਕ੍ਰੋਧ ਜਿਨ੍ਹਾਂ ਦੇ ਅੰਦਰ ਪਿਆ ਹੋਵੇ, ਕਈ ਵਾਰ ਐਕਸਪ੍ਰੈਸ ਨਹੀਂ ਕਰਦੇ ਪਰ ਅੰਦਰ ਬੜਾ ਗੁੱਸਾ ਆ ਰਿਹਾ ਹੁੰਦਾ ਹੈ, ਕਈ ਵਾਰ ਕਰ ਵੀ ਦਿੰਦੇ ਨੇ ਐਕਸਪ੍ਰੈਸ। ਕ੍ਰੋਧ ਵਿੱਚ ਹੁੰਦੇ ਨੇ, ਸਟ੍ਰੈਸ ਵਿੱਚ ਹੁੰਦੇ ਨੇ, ਐਂਗਜ਼ਾਇਟੀ ਜਿਨ੍ਹਾਂ ਨੂੰ ਹੁੰਦੀ ਹੈ। ਤੇ ਇਹ ਵੀ ਇੱਕ ਕਾਰਨ ਬਣ ਜਾਂਦਾ ਹੈ। ਉਹ ਫਿਰ ਇਹਨਾਂ ਕੋਲ ਜਦੋਂ ਇਹ ਚੀਜ਼ਾਂ ਹੈਂਡਲ ਨਹੀਂ ਹੋ ਪਾਉਂਦੀਆਂ, ਇਹ ਹੈ ਤਾਂ ਇਲਨੈਸ ਹੈ, ਇਮੋਸ਼ਨਲ ਇਲਨੈਸ ਹੈ। ਜਦੋਂ ਨਹੀਂ ਹੈਂਡਲ ਹੋ ਪਾਉਂਦੀਆਂ, ਫਿਰ ਉਹ ਕੋਈ ਇਹੋ ਜਿਹਾ ਸਹਾਰਾ ਲੈਂਦੇ ਨੇ ਵੀ ਇਹਨਾਂ 'ਚੋਂ ਅਸੀਂ ਬਾਹਰ ਨਿਕਲੀਏ, ਅਲਕੋਹਲ, ਸ਼ਰਾਬ ਜ਼ਿਆਦਾ ਪੀਣ ਲੱਗ ਜਾਣਗੇ, ਸਮੋਕਿੰਗ ਜ਼ਿਆਦਾ ਕਰਨ ਲੱਗ ਜਾਣਗੇ ਜਾਂ ਹੋਰ ਡਰੱਗਸ ਦਾ ਸਹਾਰਾ ਲੈ ਲੈਂਦੇ ਨੇ ਤਾਂ ਕਿ ਉਨਾ ਟਾਈਮ ਅਸੀਂ ਭੁੱਲ ਜਾਈਏ। ਪਰ ਇਹ ਸੋਲਿਊਸ਼ਨ ਨਹੀਂ, ਕਿਉਂਕਿ ਉਹ ਤੋਂ ਬਾਅਦ ਜਦੋਂ ਤੁਹਾਡਾ ਨਸ਼ਾ ਖਤਮ ਹੋਇਆ, ਤੁਸੀਂ ਭੁੱਲੇ ਤਾਂ ਹੈ ਹੀ ਨਹੀਂ, ਉਹ ਤਾਂ ਉੱਥੇ ਸਮੱਸਿਆ ਖੜੀ ਹੈ। ਫਿਰ ਤੁਸੀਂ ਹੋਰ ਨਸ਼ਾ ਕਰਦੇ ਹੋ, ਫਿਰ ਤੁਹਾਡੇ ਉੱਤੇ ਨਸ਼ੇ ਦਾ ਵੀ ਅਸਰ ਹੋਣਾ ਬੰਦ ਹੋ ਜਾਂਦਾ ਔਰ ਤੁਹਾਡੀ ਹਾਲਤ ਜਿਹੜੀ ਬਹੁਤ ਜ਼ਿਆਦਾ ਖਰਾਬ ਹੋ ਜਾਂਦੀ ਹੈ। ਸੋ ਇਹਨਾਂ ਨੇ ਸਾਵਧਾਨ ਕੀਤਾ ਵੀ ਇਹ ਸਹਾਰੇ ਲੈਣ ਦੀ ਜ਼ਰੂਰਤ ਨਹੀਂ, ਸਾਡੇ ਕੋਲ ਸਾਰੇ ਹੀ ਹੱਲ ਨੇ। ਇਹ WebMD ਵਾਲੇ ਕਹਿੰਦੇ ਨੇ ਕਿ ਜੇ ਬਿਮਾਰੀਆਂ ਨੇ ਤਾਂ ਉਹਦੇ ਇਲਾਜ ਵੀ ਨੇ ਔਰ ਇਹ ਬੰਦੇ ਦੇ ਆਪਣੇ ਹੀ ਹੱਥ ਵਿੱਚ ਵੀ ਨੇ। ਨਹੀਂ, ਜਦੋਂ ਆਪਣੇ ਕੋਲ ਹੈਂਡਲ ਹੁੰਦਾ ਉਦੋਂ ਉਹ ਡਾਕਟਰ ਦੀ ਹੈਲਪ ਲਵੇ, ਇਟਸ ਓਕੇ। ਫਿਰ ਘਬਰਾਉਣਾ ਨਹੀਂ ਹੈ ਦੱਸਣ ਨੂੰ ਕਿ ਮੇਰਾ ਇਸ ਤਰ੍ਹਾਂ ਚੱਲ ਰਿਹਾ ਸਿਸਟਮ। ਫੈਮਿਲੀ ਨਾਲ ਵੀ ਸ਼ੇਅਰ ਕਰੇ, ਡਾਕਟਰ ਦੀ ਵੀ ਹੈਲਪ ਲਵੇ ਜਾਂ ਜਿਹੜੇ ਸਪਿਰਿਚੁਅਲ ਬੰਦੇ ਨੇ ਉਹ ਅਧਿਆਤਮਕ ਬੰਦਿਆਂ ਦੀ ਹੈਲਪ ਲੈਣ ਤਾਂ ਕਿ ਉਹ ਉਹਨਾਂ ਨੂੰ ਗਾਈਡ ਕਰਕੇ ਉਹਨਾਂ ਨੂੰ ਹੈ ਤਾਂ ਭਾਵ ਹੀ ਆ ਨਾ, ਉਸ ਭਾਵ ਦੇ ਵਿੱਚੋਂ ਉਹਨਾਂ ਨੂੰ ਬਾਰ-ਬਾਰ ਕੱਢਣ ਦੀ ਹੈਲਪ ਦਿੱਤੀ ਜਾਵੇ, ਕਿਉਂਕਿ ਇੱਕ ਵਾਰ ਨਹੀਂ ਨਿਕਲਿਆ ਜਾਂਦਾ। ਫਸੇ ਲੰਬਾ ਟਾਈਮ ਹੁੰਦੇ ਨੇ ਤਾਂ ਥੋੜਾ ਟਾਈਮ ਵੀ ਲੱਗਦਾ ਆ। ਸੋ ਉਹਨਾਂ ਨੂੰ ਵੀ ਥੋੜੀ ਪੇਸ਼ੈਂਸ ਰੱਖ ਕੇ ਵੀ ਇਹ ਨਹੀਂ ਵੀ ਮੇਰੇ ਤੇ ਤਾਂ ਕੋਈ ਫਰਕ ਹੀ ਨਹੀਂ ਪੈ ਰਿਹਾ, ਮੈਂ ਤਾਂ ਉਦਾਂ ਹੀ ਆ, ਨਹੀਂ, ਫਰਕ ਪੈ ਰਿਹਾ ਹੁੰਦਾ ਹੈ ਤਾਂ ਥੋੜਾ ਟਾਈਮ ਜ਼ਰੂਰ ਲੱਗਦਾ ਹੈ। ਨਾ ਹੀ ਹੱਦ ਕਿਸੇ ਤਰ੍ਹਾਂ ਚਾਰਾ ਚੱਲੇ, ਫਿਰ ਦਵਾਈਆਂ ਦੀ ਵੀ ਹੈਲਪ ਲਈ ਜਾ ਸਕਦੀ ਹੈ, ਇਸ ਤੋਂ ਬਾਹਰ ਆਇਆ ਜਾ ਸਕਦਾ ਹੈ। ਤੇ ਇਹ ਕਹਿੰਦੇ ਨੇ ਕਿ ਕਾਰਨ ਕੀ ਹੋ ਜਾਂਦੇ ਨੇ, ਕੌਣ ਚਾਹੁੰਦਾ ਕਿ ਮੈਂ ਇਦਾਂ ਦੀ ਬਿਮਾਰੀ, ਇਦਾਂ ਦਾ ਡਾਊਨ ਫੀਲ ਕਰਾਂ, ਬੁਝਿਆ ਰਹਾਂ। ਸਾਰੇ ਚਾਹੁੰਦੇ ਅਸੀਂ ਇੰਜੋਏ ਕਰੀਏ, ਖੁਸ਼ ਰਹੀਏ, ਐਕਸਾਈਟਮੈਂਟ ਹੋਵੇ ਸਾਡੀ ਜ਼ਿੰਦਗੀ ਦੇ ਵਿੱਚ। ਕਾਰਨ ਕੀ ਹੋ ਜਾਂਦੇ ਨੇ, ਇਹ ਕਹਿੰਦੇ ਨੇ ਚਾਈਲਡਹੁੱਡ ਦੇ ਵਿੱਚ ਜਿਹੜੇ ਅਬਿਊਜ਼ ਕੀਤੇ ਜਾਂਦੇ ਨੇ ਬੱਚੇ, ਉਹ ਵੀ ਕਾਰਨ ਹੋ ਜਾਂਦਾ। ਟਰਾਮਾ, ਕੋਈ ਸਦਮਾ ਲੱਗ ਗਿਆ ਜ਼ਿੰਦਗੀ ਦੇ ਵਿੱਚ, ਨੈਗਲੈਕਟ, ਕਈਆਂ ਨੂੰ ਨੈਗਲੈਕਟ ਕੀਤਾ ਜਾਂਦਾ ਜਾਂ ਉਹ ਫੀਲ ਹੀ ਕਰ ਲੈਂਦੇ ਨੇ ਕਿ ਮੈਨੂੰ ਨੈਗਲੈਕਟ ਕੀਤਾ ਜਾ ਰਿਹਾ ਹੈ। ਸੋ ਇਹ ਵੀ ਕਾਰਨ ਹੋ ਜਾਂਦਾ। ਸੋਸ਼ਲ ਆਈਸੋਲੇਸ਼ਨ ਕਾਰਨ ਹੋ ਜਾਂਦਾ, ਲੋਨਲੀਨੈਸ, ਇਕੱਲਾ, ਕਈਆਂ ਨੂੰ ਹਾਲਾਤ ਇਦਾਂ ਦੇ ਮਿਲਦੇ ਨੇ ਉਹਨਾਂ ਨੂੰ ਇਕੱਲੇ ਰਹਿਣਾ ਪੈਂਦਾ ਆ। ਸੋ ਇਹ ਵੀ ਸਟਿਗਮਾ, ਇਹ ਕਾਰਨ ਬਣ ਜਾਂਦੇ ਨੇ। ਔਰ ਜਦੋਂ ਭੇਦਭਾਵ ਕੀਤਾ ਜਾਂਦਾ, ਫਰਕ ਕੀਤਾ ਜਾਂਦਾ, ਉਹ ਵੀ ਫਿਰ ਜਿਹੜਾ ਅੰਦਰ ਬੈਠੀਆਂ ਹੁੰਦੀਆਂ ਇਹ ਚੀਜ਼ਾਂ, ਉਹਦੇ ਕਰਕੇ ਇਹ ਕਾਰਨ ਫਿਰ ਬਣ ਜਾਂਦੇ ਨੇ। ਤਾਂ ਇਹ ਚੀਜ਼ਾਂ ਦੱਸਣ ਦਾ ਮਕਸਦ ਮੇਰਾ ਇਹੀ ਹੈ, ਅਸੀਂ ਵੀ ਘਰਾਂ ਵਿੱਚ ਹੁਣ ਧਿਆਨ ਰੱਖੀਏ ਫੈਮਿਲੀ ਮੈਂਬਰਸ ਨੂੰ, ਕਿਸੇ ਨੂੰ ਵੀ ਨੈਗਲੈਕਟ ਨਾ ਕਰੀਏ। ਸੋ ਇਕੱਲਾ ਆ ਤਾਂ ਉਹਨੂੰ ਕੰਪਨੀ ਦੇਈਏ ਤਾਂ ਕਿ ਇਹਦੇ ਵਿੱਚੋਂ ਅਸੀਂ ਬਾਹਰ ਕੱਢਣਾ। ਸਾਰਿਆਂ ਨੇ ਇੱਕ ਦੂਸਰੇ ਦੀ ਹੈਲਪ ਕਰਨੀ ਹੈ, ਹੈਲਪ ਲੈਣੀ ਹੈ। ਕਿਉਂਕਿ ਕਿਸੇ ਦਾ ਅਗਰ ਮਨ ਨੂੰ ਤੁਸੀਂ ਰਾਹਤ ਦੇ ਰਹੇ ਹੋ, ਬੜੀ ਵੱਡੀ ਸੇਵਾ ਹੈ, ਬਹੁਤ ਵੱਡੀ ਸੇਵਾ। ਕੋਈ ਦੁਖੀ ਹੈ, ਉਹਨੂੰ ਦੁੱਖ ਵਿੱਚੋਂ ਬਾਹਰ ਕੱਢ ਦਿੰਦੇ ਹੋ, ਕੋਈ ਢਹਿੰਦੀਆਂ ਗੱਲਾਂ ਵਿੱਚ ਹੈ, ਉਹਨੂੰ ਚੜ੍ਹਦੀਆਂ ਗੱਲਾਂ ਵਿੱਚ ਕਰ ਦਿੰਦੇ ਹੋ, ਬੜੀ ਵੱਡੀ ਸੇਵਾ ਹੈ ਇਹ। ਇਹਨੂੰ ਸੇਵਾ ਦਾ ਰੂਪ ਸਮਝ ਕੇ ਆਪਣੇ ਪਰਿਵਾਰ ਦੇ ਬੱਚਿਆਂ ਨੂੰ ਦਾ ਵੀ ਇਵੇਂ ਪਾਲਣ ਪੋਸ਼ਣ ਕਰੀਏ ਕਿ ਧਿਆਨ ਰੱਖੀਏ ਉਹਨਾਂ ਦੀਆਂ ਫੀਲਿੰਗਸ ਦਾ, ਉਹ ਤਾਂ ਕਿ ਉਹ ਜ਼ਿਆਦਾ ਡਾਊਨ ਨਾ ਫੀਲ ਕਰਦੇ ਜਾਣ। ਔਰ ਪਤਾ ਨਹੀਂ ਹੁੰਦਾ ਕਿਹੜੇ ਵੇਲੇ ਸਟਕ ਹੋ ਜਾਂਦਾ। ਅੱਜ ਕੱਲ੍ਹ ਬੱਚਿਆਂ ਨੂੰ ਬੜੀਆਂ ਜਿਹੜੀਆਂ ਨੇ ਇਮੋਸ਼ਨਲ ਇਲਨੈਸ ਦੀਆਂ ਬਿਮਾਰੀਆਂ ਚੱਲ ਰਹੀਆਂ, ਡਿਪਰੈਸ਼ਨ 'ਚ ਜਾ ਰਹੇ ਨੇ ਬੱਚੇ, ਸਟ੍ਰੈਸ ਇੰਨਾ ਲੈ ਲੈਂਦੇ, ਐਂਗਜ਼ਾਇਟੀ ਉਹਨਾਂ ਨੂੰ ਹੋਣ ਲੱਗ ਜਾਂਦੀ ਹੈ, ਪਰਫਾਰਮੈਂਸ ਨਹੀਂ ਆਪਣੀ ਠੀਕ ਦੇ ਪਾਉਂਦੇ। ਤਾਂ ਕਿਤੇ ਨਾ ਕਿਤੇ ਸਾਰੇ ਪਿੱਛੇ ਖੇਡ ਇਮੋਸ਼ਨਸ ਦੀ ਖੜੀ ਹੈ। ਤਾਂ ਅਸੀਂ ਸਾਰੇ ਜਣੇ ਮਿਲ ਕੇ ਧਿਆਨ ਰੱਖੀਏ। ਤਾਂ ਇਹ ਕੀ ਕਹਿ ਰਹੇ ਨੇ ਵੀ ਇਹ ਕਿਵੇਂ ਇਹਨੂੰ ਆਪਾਂ ਇਹਦੇ ਵਿੱਚੋਂ ਬਾਹਰ ਨਿਕਲ ਸਕਦੇ ਹਾਂ। ਦੂਸਰੇ ਇਮੋਸ਼ਨਸ ਤਾਂ ਹੈ ਹੀ ਹੈ ਨਾ ਅੱਛੇ, ਜਿਹੜੇ ਆਪਾਂ ਨੂੰ ਪਤਾ, ਪ੍ਰੇਮ ਵਾਲੇ ਹੈ, ਖੁਸ਼ੀ ਵਾਲੇ ਹੈ, ਸੇਵਾ ਭਾਵ ਵਾਲੇ ਨੇ, ਚੜ੍ਹਦੀਆਂ ਕਲਾ ਵਾਲੇ ਨੇ। ਇਹ ਵਿਚਾਰ ਬਹੁਤ ਅੱਛੇ ਨੇ, ਇਹ ਫੀਲਿੰਗਸ ਬਹੁਤ ਅੱਛੀਆਂ ਨੇ, ਇਹ ਜ਼ਿਆਦਾ ਸਾਡੇ ਚੱਲਣੀਆਂ ਚਾਹੀਦੀਆਂ ਨੇ।
ਪਰ ਅਗਰ ਜ਼ਿਆਦਾ ਉਹ ਚੱਲ ਰਹੀਆਂ ਨੇ ਤਾਂ ਫਿਰ ਸਾਨੂੰ ਨੁਕਸਾਨ ਨੇ। ਤੋ ਸਾਡੀ ਜੋ ਵੀ ਅਸੀਂ ਸੋਚਦੇ ਹਾਂ ਨਾ, ਫੀਲ ਕਰਦੇ ਹਾਂ, ਸਾਡੀ ਬਾਡੀ ਦੇ ਜਿਹੜੇ ਗਲੈਂਡਸ ਨੇ ਨਾ, ਤੇ ਇਹਨਾਂ ਦੀ ਡਿਊਟੀ ਹੈ ਪਰਮਾਤਮਾ ਵੱਲੋਂ, ਸਿਸਟਮ ਸਾਡਾ ਏਦਾਂ ਦਾ ਹੈ, ਉਹ ਅੰਮ੍ਰਿਤਦਾਈ ਨੈਕਟਰਸ, ਮਤਲਬ ਅੰਮ੍ਰਿਤ ਵਰਗੀਆਂ ਚੀਜ਼ਾਂ ਸਾਡੇ ਅੰਦਰੋਂ ਕੱਢਦੇ ਨੇ, ਜਿਹੜੇ ਕਿ ਸਾਡੀ ਖੁਸ਼ੀ ਲਈ ਰਿਸਪੌਂਸੀਬਲ ਨੇ, ਜਿਹੜੇ ਕਿ ਸਾਡੀ ਜ਼ਿੰਦਗੀ ਨੂੰ ਬੜਾ ਚੜ੍ਹਦੀਆਂ ਕਲਾ ਵਿੱਚ ਲਿਜਾਣ ਦੇ ਲਈ ਰਿਸਪੌਂਸੀਬਲ ਨੇ। ਸੋ ਉਹ ਅਸੀਂ ਵਿਚਾਰਾਂ ਕਰਾਂਗੇ ਵੀ ਉਹ ਕਿਹੜੇ ਕੈਮੀਕਲਸ ਨੇ ਔਰ ਕੀ ਕਰਨ ਦੇ ਨਾਲ ਉਹ ਨਿਕਲਦੇ ਨੇ ਅੰਦਰੋਂ, ਤਾਂ ਕਿ ਅਸੀਂ ਉਹੀ ਕਰੀਏ। ਸੋ ਇਹ WebMD ਵਾਲਿਆਂ ਨੇ ਵੀ ਬਹੁਤ ਸਾਰੀਆਂ ਗੱਲਾਂ ਦੱਸੀਆਂ ਨੇ। ਉਹਦੇ ਵਿੱਚੋਂ ਫਾਈਨਲ ਮੈਂ ਨਿਚੋੜ ਜਦੋਂ ਕੱਢਿਆ, ਮੈਂ ਕਿਹਾ ਆਹੀ ਹੈ ਮੇਨ, ਅਸੀਂ ਸੌਖਾ ਕਰਕੇ ਇਹਨੂੰ ਸਮਝ ਲਈਏ ਤਾਂ ਇਹ 4-5 ਕੈਮੀਕਲਸ ਨੇ ਜਿਹੜੇ ਨਿਕਲਦੇ ਨੇ। ਨਿਕਲਦੇ ਤਾਂ ਬਹੁਤ ਨੇ, ਜਿਹੜੇ ਸਾਡੀ ਖੁਸ਼ੀ ਲਈ ਰਿਸਪੌਂਸੀਬਲ ਨੇ, ਸਾਡੀਆਂ ਚੜ੍ਹਦੀਆਂ ਕਲਾ ਲਈ, ਜ਼ਿੰਦਗੀ ਨੂੰ ਅਸੀਂ ਇੱਕ ਵਧੀਆ ਜੀ ਪਾਈਏ ਉਹਦੇ ਲਈ ਜਿਹੜੇ ਰਿਸਪੌਂਸੀਬਲ ਕੈਮੀਕਲਸ ਨੇ, ਇਹ ਜਿਹੜਾ ਅੰਦਰੋਂ ਅੰਮ੍ਰਿਤ ਨੈਕਟਰ ਨਿਕਲ ਰਿਹਾ ਹੈ, ਇਹਦੇ ਵਿੱਚ ਹੈਗਾ ਆਕਸੀਟੋਸਿਨ, ਡੋਪਾਮਾਈਨ, ਸੈਰੋਟੋਨਿਨ, ਐਂਡੋਰਫਿਨ, ਮੈਲਾਟੋਨਿਨ। ਤੋ ਡੋਪਾਮਾਈਨ ਦਾ ਕੀ ਕੰਮ ਆ? ਇਹ ਹੈਗਾ ਰਿਵਾਰਡ ਕੈਮੀਕਲ। ਜਦੋਂ ਕੁਛ ਤੁਸੀਂ ਚੰਗਾ ਕਰਦੇ ਹੋ, ਸੋ ਰਿਵਾਰਡ ਕੈਮੀਕਲ, ਬੱਚੇ ਸਕੂਲ 'ਚ ਕੁਛ ਅਚੀਵ ਕਰਦੇ ਨੇ, ਉਹਨਾਂ ਨੂੰ ਰਿਵਾਰਡ ਮਿਲਦਾ ਹੈ, ਪੇਰੈਂਟਸ ਵੀ ਖੁਸ਼ ਹੁੰਦੇ, ਬੱਚੇ ਵੀ ਖੁਸ਼ ਹੁੰਦੇ, ਸਕੂਲ ਵਾਲੇ ਵੀ ਖੁਸ਼ ਹੁੰਦੇ ਨੇ। ਤਾਂ ਇਹਦੇ ਵਿੱਚ ਹੁਣ ਇਹ ਕਹਿ ਰਹੇ ਨੇ ਵੀ ਤੁਸੀਂ ਨੋਟ ਕਰੋ, ਜਿਹੜੇ ਤੁਹਾਡੇ ਬੱਚੇ ਨੇ ਗੇਮਾਂ ਦੇ ਵਿੱਚ ਕਿਉਂ ਜ਼ਿਆਦਾ ਲੱਗ ਜਾਂਦੇ ਨੇ? ਉਹਨਾਂ ਐਡਿਕਸ਼ਨ ਤੱਕ ਉਹਨਾਂ ਨੂੰ ਹੋ ਜਾਂਦੀ। ਕਾਰਨ ਕੀ, ਉਹ ਥੋੜ੍ਹਾ ਜਿਹਾ ਵੀ ਕੁਛ ਅਚੀਵ ਕਰਦੇ ਨੇ, ਉੱਥੇ ਵੱਡਾ ਸਾਰਾ ਕੰਗ੍ਰੈਚੁਲੇਸ਼ਨਸ ਲਿਖਿਆ ਆਉਂਦਾ। ਇਹਨੂੰ ਜਿੱਦਾਂ ਇੰਜੋਏ ਕਰਵਾਇਆ ਜਾਂਦਾ ਨਾ, ਪੂਰਾ ਇੱਕ ਫੰਕਸ਼ਨ ਦੀ ਤਰ੍ਹਾਂ ਇਹੋ ਜਿਹਾ ਉਹ ਬਣਾ ਦਿੰਦੇ ਨੇ ਉੱਥੇ ਮਾਹੌਲ। ਤਾਂ ਉਹ ਬੱਚਾ ਜਿਹੜਾ ਉਹ ਬੜਾ ਖੁਸ਼ ਹੁੰਦਾ, ਉਹਨੂੰ ਰਿਵਾਰਡ, ਉਹਦਾ ਅੰਦਰੋਂ ਡੋਪਾਮਾਈਨ ਨਿਕਲਦਾ ਵੀ ਹੈ। ਉਹਨੂੰ ਲੱਗਦਾ ਵੀ ਮੈਨੂੰ ਰਿਵਾਰਡ ਮਿਲਿਆ। ਹਰ ਇੱਕ ਬੰਦਾ ਚਾਹੁੰਦਾ ਹੈ ਕਿ ਮੈਨੂੰ ਕੋਈ ਐਪਰੀਸ਼ੀਏਟ ਕਰੇ, ਮੈਨੂੰ ਕੋਈ ਰਿਵਾਰਡ ਦੇਵੇ। ਸੋ ਆਪਾਂ ਘਰਾਂ ਵਿੱਚ ਇੱਕ ਦੂਸਰੇ ਨੂੰ ਐਪਰੀਸ਼ੀਏਟ ਕਰੀਏ, ਥੋੜ੍ਹਾ ਜਿਹਾ ਉਹ ਕਹਿੰਦੇ ਫਿਰ ਸੈਲੀਬ੍ਰੇਟ ਕਰਨਾ ਤੁਸੀਂ ਵੀ ਸ਼ੁਰੂ ਕਰ ਦਿਓ ਨਾ, ਛੋਟੀ ਜਿਹੀ ਗੱਲ ਦਾ ਹੀ, ਆਪਣੇ ਲਈ ਵੀ, ਬੱਚੇ ਲਈ ਵੀ। ਸੋ ਇਹ ਐਵੇਂ ਫਿਰ ਹੈਲਪ ਮਿਲਦੀ ਸਾਨੂੰ ਵੀ, ਸਾਡੇ ਬੱਚਿਆਂ ਨੂੰ। ਤੇ ਅਸੀਂ ਮੋਸਟਲੀ ਕੀ ਕਰਦੇ, ਸਾਡੇ ਬੱਚੇ ਬੜੇ ਵਧੀਆ ਹੁੰਦੇ, ਸਾਰਾ ਕੁਛ, ਅਸੀਂ ਹੋਰ ਉਹਨਾਂ ਨੂੰ ਵਧੀਆ ਬਣਾਉਣਾ ਚਾਹੁੰਦੇ ਹਾਂ, ਅੱਛੀ ਗੱਲ ਹੈ। ਪਰ ਉਹਨਾਂ ਦੀਆਂ ਚੰਗਿਆਈਆਂ ਦੀ ਗੱਲ ਘੱਟ ਕਰਾਂਗੇ ਤੇ ਉਹਨਾਂ ਦੀ ਨੁਕਸ ਜ਼ਿਆਦਾ ਕੱਢਾਂਗੇ। ਪਿੱਛੇ ਸਾਡਾ ਕਾਰਨ ਤਾਂ ਹੁੰਦਾ ਕਿ ਅਸੀਂ ਉਹਨਾਂ ਨੂੰ ਹੋਰ ਵਧੀਆ ਬਣਾਈਏ, ਪਰ ਸਾਨੂੰ ਇਹ ਨਹੀਂ ਪਤਾ ਲੱਗਦਾ ਉਹ ਫੀਲ ਕੀ ਕਰ ਜਾਂਦੇ ਨੇ। ਇਹ ਅਸੀਂ ਧਿਆਨ ਰੱਖੀਏ। ਸੋ ਉਹ ਉਹਨਾਂ ਦਾ ਸੈਲੀਬ੍ਰੇਟ ਕਰੀਏ, ਕੁਛ ਉਹਨਾਂ ਨੇ ਅੱਛਾ ਅਚੀਵ ਕੀਤਾ, ਛੋਟਾ ਜਿਹਾ ਹੀ ਚਾਹੇ ਤੁਸੀਂ ਉਹਨੂੰ ਕਿਹਾ ਆਪਣਾ ਅੱਜ ਬੈਡਰੂਮ ਸਾਫ਼ ਕਰ ਦੇ ਬੱਚੇ, ਕੀਤਾ ਤਾਂ ਤੁਸੀਂ ਕਹੋ ਵਾਹ ਵਾਹ ਕਿੰਨਾ ਸੋਹਣਾ ਕੀਤਾ, ਦੂਸਰੇ ਨੂੰ ਵੀ ਬੁਲਾ ਕੇ ਦਿਖਾਓ, ਦੇਖੋ ਇਹਨੇ ਕਿੰਨਾ ਸੋਹਣਾ ਕੀਤਾ। ਉਹ ਬੱਚੇ ਨੇ ਤਾਂ ਨਾ ਫਿਰ ਉਹੀ ਫੀਲ ਉਹਨੂੰ ਹੋਣਾ ਜਿਹੜਾ ਉਹ ਗੇਮ ਖੇਡ ਕੇ ਉਹ ਫੀਲ ਕਰਤਾ, ਖੁਸ਼ੀ, ਇੱਕ ਰਿਵਾਰਡ ਜਿਹੜਾ ਅੰਦਰੋਂ ਕੈਮੀਕਲ ਨਿਕਲਦਾ ਉਸ ਟਾਈਪ ਦਾ। ਇਵੇਂ ਹੀ ਆਪਣੇ ਵੀ ਤੁਸੀਂ ਛੋਟੇ ਛੋਟੇ ਗੋਲਸ ਰੱਖੋ, ਕੋਈ ਵੀ ਛੋਟਾ ਛੋਟਾ, ਮੈਂ ਅੱਜ ਸੋਚੋ ਮੈਂ ਆਹ ਕੰਮ ਕਰਨਾ, ਛੋਟਾ ਗੋਲ ਰੱਖੋ, ਵੱਡਾ ਨਹੀਂ ਰੱਖਣਾ, ਔਰ ਉਹਨੂੰ ਕਰ ਲਓ। ਉਸ ਤੋਂ ਬਾਅਦ ਤੁਹਾਨੂੰ ਪਤਾ ਵੀ ਨਹੀਂ ਚੱਲਣਾ ਤੁਹਾਡਾ ਮੂਡ ਕਿਉਂ ਖੁਸ਼ ਹੋ ਗਿਆ, ਕਿਉਂਕਿ ਉਹ ਨਿਕਲ ਗਿਆ ਅੰਦਰੋਂ ਰਿਵਾਰਡ ਵਾਲਾ ਕੈਮੀਕਲ, ਡੋਪਾਮਾਈਨ ਤੁਹਾਡੇ ਅੰਦਰੋਂ ਰਿਲੀਜ਼ ਹੋ ਗਿਆ। ਸੋ ਥੋੜੀ ਆਪਣੀ ਜਿਹੜੀ ਟਾਲਣ ਦੀ ਆਦਤ ਆ ਨਾ, ਅੱਜ ਕਰ ਲਵਾਂਗੇ, ਕੱਲ ਕਰ ਲਵਾਂਗੇ, ਇਹਨੂੰ ਅਸੀਂ ਬਦਲੀਏ। ਜੋ ਸੋਚਿਆ ਵੱਡਾ ਨਾ ਸੋਚੋ, ਛੋਟਾ ਛੋਟਾ ਹੀ ਸੋਚੋ, ਪਰ ਉਹਨੂੰ ਕਰੋ ਜ਼ਰੂਰ। ਮੰਨ ਲਓ ਇੰਨਾ ਹੀ ਸੋਚੋ ਵੀ ਅੱਜ ਮੈਂ ਮੋਬਾਈਲ ਨੂੰ ਘੱਟ ਟੱਚ ਕਰਨਾ, ਮੇਰਾ ਇੱਥੇ ਟਾਈਮ ਬਹੁਤ ਜ਼ਿਆਦਾ ਜਾ ਰਿਹਾ ਹੈ, ਉਹਨੂੰ ਘੱਟ ਟੱਚ ਕਰਨਾ। ਉਹ ਜਿੰਨਾ ਸੋਚ ਲਿਆ ਉਨਾ ਅੱਜ ਉਹਨੂੰ ਨਹੀਂ ਟੱਚ ਕਰਨਾ। ਉਸ ਤੋਂ ਬਾਅਦ ਦੇਖੋ ਤੁਸੀਂ ਫਿਰ ਕਿੰਨਾ ਤੁਹਾਨੂੰ ਉਹ ਕੈਮੀਕਲ ਤੁਹਾਡੇ ਅੰਦਰੋਂ ਡੋਪਾਮਾਈਨ ਨਿਕਲੇਗਾ, ਤੁਸੀਂ ਖੁਸ਼ ਫੀਲ ਕਰੋਗੇ। ਪਰ ਹੁਣ ਉਹ ਕਹਿੰਦੇ ਨੇ ਕਿ ਉਹ ਤਾਂ ਠੀਕ ਹੈ, ਬੱਚੇ ਗੇਮ ਖੇਡ ਕੇ ਖੁਸ਼ੀ ਮਹਿਸੂਸ ਕਰਦੇ ਨੇ, ਜਾਂ ਤੁਸੀਂ ਵੀ ਮਹਿਸੂਸ ਕਰਦੇ ਹੋ, ਪਰ ਕੀ ਤੁਸੀਂ ਨੋਟ ਕੀਤਾ ਵੀ ਉਹ ਜਿਹੜਾ ਟਾਈਮ ਤੁਸੀਂ ਲਗਾਇਆ ਜਾਂ ਬੱਚੇ ਨੇ ਲਗਾਇਆ, ਉਹਦੀ ਜ਼ਿੰਦਗੀ ਲਈ ਸਕਿੱਲ ਉਹਦੇ ਕੋਲ ਕੋਈ ਵੀ ਨਹੀਂ ਆਈ। ਮੁਸ਼ਕਿਲ ਥੋੜੀ ਹੈ, ਥੋੜਾ ਟਾਈਮ ਉਹ ਕਹਿੰਦੇ ਇਟਸ ਓਕੇ, ਬੱਚਾ ਗੇਮ ਵੀ ਖੇਡੇ, ਸਾਰਾ ਤਰ੍ਹਾਂ ਉਹਨੂੰ ਨੌਲੇਜ ਹੋਣੀ ਚਾਹੀਦੀ, ਬ੍ਰੇਨ ਵੀ ਉਹਦਾ ਵਧੀਆ ਚੱਲਦਾ, ਪਰ ਜ਼ਿਆਦਾ ਟਾਈਮ ਜਦੋਂ ਅਸੀਂ ਲਗਾ ਦਿੰਦੇ ਆ ਤਾਂ ਉਹ ਅਸੀਂ ਕੁਝ ਵੀ ਨਹੀਂ, ਜ਼ਿੰਦਗੀ ਲਾਈਫ 'ਚ ਕੋਈ ਸਕਿੱਲ ਗੇਨ ਨਹੀਂ ਕੀਤਾ। ਸੋ ਇਹ ਨਾਲ ਇਹ ਬੈਲੈਂਸ ਹੋਣਾ ਜ਼ਰੂਰੀ ਹੈ, ਇੱਥੇ ਬੈਲੈਂਸ ਰੱਖਣਾ। ਅਗਲਾ ਕੈਮੀਕਲ ਹੈਗਾ ਐਂਡੋਰਫਿਨ। ਇਹ ਕਦੋਂ ਨਿਕਲਦਾ, ਜਦੋਂ ਐਕਸਰਸਾਈਜ਼ ਕਰਦੇ ਆ, ਯੋਗਾ ਦੇ ਆਸਨ ਕਰਦੇ ਆ, ਪ੍ਰਾਣਾਯਾਮ ਕਰਦੇ ਆ, ਜਿਮ ਜਾਂਦੇ ਆ, ਡਾਂਸ ਕਰਦੇ ਆ। ਸੋ ਮਤਲਬ ਫਿਜ਼ੀਕਲ ਐਕਟੀਵਿਟੀਜ਼ ਜਿਹੜੀਆਂ ਜਦੋਂ ਅਸੀਂ ਕਰਦੇ ਆ ਨਾ, ਤੇ ਉਹਦੇ ਨਾਲ ਉਹ ਕਹਿੰਦੇ ਨਿਕਲਦਾ ਹੈ। ਉਹ ਕਹਿੰਦੇ ਨੇ ਕਿ ਜਦੋਂ ਤੁਸੀਂ ਕੰਮ ਵੀ ਕਰਦੇ ਹੋ ਨਾ, ਕੋਈ ਕਿਚਨ ਦਾ ਕੰਮ ਕਰ ਰਹੇ ਹੋ, ਕੁਛ ਵੀ ਕਰ ਰਹੇ ਹੋ, ਅਗਰ ਤੁਸੀਂ ਉਹ ਖੁਸ਼ ਹੋ ਕੇ ਕਰਨ ਲੱਗ ਜਾਂਦੇ ਹੋ, ਖੁਸ਼ ਹੋ ਕੇ ਕਰੋ ਨਾ,
ਤੇ ਵੀ ਕਹੋ ਇਹ ਵੀ ਐਕਸਰਸਾਈਜ਼ ਹੀ ਹੋ ਰਹੀ ਹੈ ਮੇਰੀ, ਅਸੀਂ ਕੰਮ ਕਰ ਰਹੇ ਹਾਂ, ਦੇਖੋ ਏਦਾਂ ਏਦਾਂ ਦੌੜ ਦੌੜ ਕੇ ਖੁਸ਼ ਹੋ ਕੇ ਕੰਮ ਕਰੋ, ਤਦ ਵੀ ਇਹ ਨਿਕਲੇਗਾ। ਔਰ ਜਿਹੜਾ ਐਂਡੋਰਫਿਨ ਆ, ਇਹ ਤਾਂ ਇੱਕ ਪੇਨ ਕਿਲਰ ਹੈ, ਮਤਲਬ ਜਿੰਨੀਆਂ ਤੁਹਾਡੀਆਂ ਅੰਦਰ ਦੀਆਂ ਦਰਦਾਂ ਨੇ ਨਾ, ਇਹਨੇ ਖਤਮ ਕਰ ਦੇਣੀਆਂ ਨੇ। ਸੋ ਐਕਸਰਸਾਈਜ਼ ਜਿਹੜੀ ਹੈ, ਬਰੀਥਿੰਗ ਐਕਸਰਸਾਈਜ਼ ਦੇ ਉੱਤੇ ਇਹਨਾਂ ਨੇ ਬਹੁਤ ਜ਼ਿਆਦਾ ਜ਼ੋਰ ਦਿੱਤਾ ਹੈ। ਉਹ ਕਿਵੇਂ ਕਰਨੀ ਬਰੀਥਿੰਗ, ਉਹ ਟੈਕਨੀਕ ਵੀ ਦੱਸੀ ਹੈ, ਤਾਂ ਕਿ ਆਪਣੇ ਬਿਲਕੁਲ ਤੁਸੀਂ ਸੈਲਫ ਦੇ ਨਾਲ ਆਓ। ਉਹਦੇ ਵਿੱਚ ਉਹ ਕਹਿੰਦੇ ਨੇ 1 2 3 4 ਕਾਊਂਟ ਕਰੋ, ਸਾਹ ਅੰਦਰ ਭਰੋ, ਉਹਨੂੰ ਹੋਲਡ ਕਰੋ ਜਿੰਨਾ ਕੁ ਤੁਸੀਂ ਕਰ ਸਕਦੇ ਹੋ। ਔਰ ਜਦੋਂ ਹੋਲਡ ਕਰਨਾ ਨਾ, ਉਦੋਂ ਆਪਣੇ ਆਪ ਨੂੰ ਇੱਕ ਥਾਟ ਇਦਾਂ ਦਾ ਦੇ ਦਿਓ ਜੋ ਤੁਸੀਂ ਚਾਹੁੰਦੇ ਹੋ ਚੰਗਾ। ਕਿਤੇ ਨੈਗੇਟਿਵ ਜਾ ਰਹੇ ਸੀ, ਡਾਊਨ ਜਾ ਰਹੇ ਸੀ, ਕੁਝ ਵੀ, ਹੁਣ ਜੋ ਚੰਗਾ ਚਾਹੁੰਦੇ ਹੋ ਉਦੋਂ ਥਾਟ ਦੇ ਦਿਓ। ਔਰ ਉਹ ਤਾਂ ਨਾਲ ਲੱਗਦਾ ਹੀ ਸਾਹ ਭਰਦਿਆਂ ਵੀ ਤੁਸੀਂ ਦੇ ਸਕਦੇ ਹੋ, ਹੋਲਡ ਕਰਕੇ ਤਾਂ ਜ਼ਿਆਦਾ ਅਸਰ ਹੁੰਦਾ, ਕਿਉਂਕਿ ਦਿਲ ਨਾਲ ਆਪਣੇ ਨਾਲ ਜੁੜੇ ਆ। ਔਰ ਫੀਲ ਕਰੋ ਵੀ ਇਹ ਮੇਰੇ ਅੰਦਰ ਇਹ ਫੀਲਿੰਗਸ ਜਿਹੜੀਆਂ ਆ ਗਈਆਂ ਨੇ। ਉਹ ਤੋਂ ਬਾਅਦ ਫਿਰ ਤੁਸੀਂ ਉਹਨੂੰ ਰਿਲੀਜ਼ ਕਰ ਦਿਓ ਸਾਹ ਨੂੰ, ਔਰ ਸੋਚੋ ਵੀ ਜਿਹੜਾ ਤੁਹਾਡਾ ਨੈਗੇਟਿਵ ਇਮੋਸ਼ਨ ਸੀ ਉਹ ਰਿਲੀਜ਼ ਹੋ ਗਿਆ। ਤੇ ਅਗਰ ਤੁਸੀਂ ਕੁਝ ਵੀ ਨਹੀਂ ਇਦਾਂ ਦਾ ਫੀਲ ਹਾਲੇ ਨਹੀਂ ਕਰ ਸਕਦੇ, ਇੰਨਾ ਡਾਊਨ ਫੀਲ ਕਰਦੇ ਹੋ, ਸਿਰਫ ਤੁਸੀਂ 4 ਦੀ ਕਾਊਂਟਿੰਗ ਤੱਕ ਸਾਹ ਭਰੋ, ਥੋੜਾ ਜਿਹਾ ਹੋਲਡ ਕਰੋ, ਛੱਡ ਦਿਓ। ਜਦੋਂ ਵੀ ਇਹਨੂੰ ਕਰਨਾ ਐਟਲੀਸਟ ਉਹ ਕਹਿੰਦੇ 11 ਵਾਰ ਜ਼ਰੂਰ ਕਰੋ। ਥੋੜੇ ਦਿਨਾਂ ਵਿੱਚ ਹੀ ਤੁਸੀਂ ਫਰਕ ਦੇਖ ਲਓਗੇ, ਕਿਉਂਕਿ ਜਿੰਨਾ ਤੁਹਾਡੇ ਅੰਦਰ ਆਕਸੀਜਨ ਵਧੀ ਜਾਵੇਗੀ, ਉਨਾ ਹੀ ਤੁਹਾਡੀ ਨੈਗੇਟਿਵਿਟੀ, ਨੈਗੇਟਿਵ ਇਮੋਸ਼ਨਸ ਵੀ ਤੁਹਾਨੂੰ ਬਾਏ ਬਾਏ ਕਰੀ ਜਾਣਗੇ। ਸੋ ਥੋੜਾ ਜ਼ਿਆਦਾ ਬਰੀਥਿੰਗ ਐਕਸਰਸਾਈਜ਼ ਕਰ ਲਿਆ ਕਰੋ, ਜਿਨ੍ਹਾਂ ਨੂੰ ਪ੍ਰਾਣਾਯਾਮ ਆਉਂਦਾ ਜ਼ਿਆਦਾ ਕਰ ਲਿਆ ਕਰੋ, ਤੇ ਬਹੁਤ ਫਾਇਦੇ ਨੇ। ਹੋਰ ਕੈਮੀਕਲ ਹੈਗਾ ਸੈਰੋਟੋਨਿਨ। ਇਹ ਕਦੋਂ ਹੁੰਦਾ? ਨਿਕਲਦਾ ਸਾਡੇ ਅੰਦਰੋਂ ਜਦੋਂ ਅਸੀਂ ਦੂਸਰਿਆਂ ਦੀ ਭਲਾਈ ਦੇ ਲਈ, ਦੂਸਰਿਆਂ ਦੇ ਕਲਿਆਣ ਦੇ ਲਈ ਕੁਝ ਸੋਚਦੇ। ਤਾਂ ਦੇਖੋ ਇਹ ਆ ਗਿਆ ਸੇਵਾ ਦੇ ਨਾਲ, ਮਤਲਬ ਸਾਨੂੰ ਤਾਂ ਸਿਖਾਇਆ ਹੀ ਜਾਂਦਾ ਸਾਰਿਆਂ ਨੂੰ, ਸੇਵਾ ਤੇ ਸਿਮਰਨ, ਸਿਮਰਨ ਦੀ ਵੀ ਗੱਲ ਆਵੇਗੀ, ਤੇ ਸੇਵਾ ਔਰ ਨਿਸ਼ਕਾਮ ਸੇਵਾ ਦੀ ਗੱਲ ਇਹਨਾਂ ਨੇ ਕੀਤੀ। ਜਦੋਂ ਦੂਸਰੇ ਨੂੰ ਤੁਸੀਂ ਕੁਝ ਕਰਨਾ ਚਾਹੁੰਦੇ ਹੋ, ਤਾਂ ਤੁਹਾਨੂੰ ਬਦਲੇ 'ਚ ਕੁਝ ਨਹੀਂ ਚਾਹੀਦਾ। ਸਿਰਫ ਹਾਲੇ ਤੁਸੀਂ ਫੀਲ ਹੀ ਕੀਤਾ ਮੈਂ ਕਿਸੇ ਲਈ ਕੁਝ ਚੰਗਾ ਕਰਨਾ, ਉਦੋਂ ਹੀ ਰਿਲੀਜ਼ ਹੋਣਾ ਸ਼ੁਰੂ ਹੋ ਜਾਂਦਾ। ਔਰ ਜਦੋਂ ਤੁਸੀਂ ਕਿਸੇ ਲਈ ਕੁਝ ਚੰਗਾ ਕਰ ਲਿਆ, ਉਹ ਤੋਂ ਬਾਅਦ ਤੁਹਾਨੂੰ ਕਿੰਨੀ ਵਾਰ ਉਹ ਖਿਆਲ ਆ ਜਾਣਾ, ਮੈਂ ਕੋ ਪਰਮਾਤਮਾ ਨੇ ਚੰਗਾ ਕਰਾਇਆ ਸੀ, ਤੁਸੀਂ ਫਿਰ ਉਸੇ ਮੋਡ ਵਿੱਚ ਹੀ ਰਹਿਣਾ। ਉਹ ਕਹਿੰਦੇ ਨੇ ਅਗਰ ਤੁਸੀਂ ਚਾਹੁੰਦੇ ਹੋ ਤੁਸੀਂ ਖੁਸ਼ ਰਹੋ, ਤੁਸੀਂ ਚੜ੍ਹਦੀਆਂ ਕਲਾ ਵਿੱਚ ਰਹੋ, ਹਮੇਸ਼ਾ ਹੀ ਕੁਛ ਨਾ ਕੁਛ ਭਲਾਈ ਦਾ ਕੰਮ ਕਰਦੇ ਹੀ ਰਹੋ। ਸਪੈਸ਼ਲ ਇਹਨਾਂ ਨੇ ਕਿਹਾ ਵੋਲੰਟੀਅਰ ਵਰਕ ਜ਼ਰੂਰ ਕਰੋ, ਮਤਲਬ ਸੇਵਾ ਜ਼ਰੂਰ ਕਰੋ, ਇਹ ਜ਼ਰੂਰੀ ਹੈ। ਸੇਵਾ ਘਰ ਤੋਂ ਵੀ ਸ਼ੁਰੂ ਹੋ ਸਕਦੀ ਹੈ। ਲੇਡੀਜ਼ ਖਾਣਾ ਬਣਾਉਣ ਵੇਲੇ ਭਾਵ ਵੀ ਇਹੀ ਰੱਖ ਲੈਣ ਨਾ, ਜੋ ਵੀ ਆਪਾਂ ਕੰਮ ਕੋਈ ਵੀ ਕਰਦੇ ਆ, ਕੋਈ ਸਫਾਈ ਕਰ ਰਿਹਾ, ਕੁਛ ਕਰ ਰਿਹਾ, ਇਹੀ ਭਾਵ ਰੱਖੋ, ਤੇ ਉਹ ਫਿਰ ਅੰਦਰੋਂ ਉਹ ਨਿਕਲੇਗਾ ਭਾਵ। ਸਾਰੀ ਗੱਲ ਤਾਂ ਅੰਦਰ ਜੋ ਫੀਲ ਕਰ ਰਹੇ ਆ, ਇਮੋਸ਼ਨਸ ਨੇ ਜਿਹੜੇ ਸਾਡੇ। ਅਗਲਾ ਕੈਮੀਕਲ ਹੈਗਾ ਆਕਸੀਟੋਸਿਨ। ਇਹ ਹੈਗਾ ਲਵ ਹਾਰਮੋਨ। ਜਦੋਂ ਪ੍ਰੇਮ ਦੇ ਭਾਵ ਵਿੱਚ ਹੁੰਦੇ ਹੋ, ਆਪਣੇ ਆਪ ਰਿਲੀਜ਼ ਹੋ ਰਿਹਾ ਹੁੰਦਾ। ਪਰ ਉਹ ਕਹਿੰਦੇ ਅੱਜ ਦੀ ਡੇਟ ਦੇ ਵਿੱਚ ਇੰਨਾ ਕਿ ਜ਼ਿਆਦਾ ਅਸੀਂ ਡਿਸਕਨੈਕਟ ਹੋਈ ਜਾ ਰਹੇ ਹਾਂ ਇੱਕ ਦੂਸਰੇ ਦੇ ਨਾਲੋਂ, ਗੱਲ ਨਹੀਂ ਕਰਦੇ ਕਿਸੇ ਦੇ ਨਾਲ ਬੈਠ ਕੇ, ਹੈ ਨਾ। ਅੱਗੇ ਕਿੰਨਾ ਸੀਗਾ ਗੱਲਾਂ ਕਰਨੀਆਂ ਇੱਕ ਦੂਸਰੇ ਨਾਲ, ਸਾਡੇ ਇਮੋਸ਼ਨਸ ਇੱਕ ਦੂਸਰੇ ਦੇ ਨਾਲ ਜਿਹੜਾ ਹੈ ਕਨੈਕਸ਼ਨ ਬਣਦਾ ਸੀਗਾ, ਤੇ ਹੁਣ ਗੱਲ ਹੀ ਨਹੀਂ ਕਰਦੇ, ਤਾਂ ਪਿਆਰ ਕਿੱਥੋਂ ਇੱਕ ਦੂਸਰੇ ਨੂੰ ਅਸੀਂ ਐਕਸਪ੍ਰੈਸ ਕਰਨਾ ਹੈ। ਸਭ ਆਪਣੇ ਆਪਣੇ ਮੋਬਾਈਲਾਂ 'ਚ ਬਿਜ਼ੀ ਹੋ ਗਏ, ਸੋਸ਼ਲ ਮੀਡੀਆ ਤੇ ਬਿਜ਼ੀ ਹੋ ਗਏ। ਪਰ ਨਹੀਂ, ਇਹਦੇ ਨਾਲ ਸਾਡਾ ਬਹੁਤ ਜ਼ਿਆਦਾ ਨੁਕਸਾਨ ਹੋ ਰਿਹਾ। ਬੈਲੈਂਸ ਰੱਖੋ ਵੀ ਉਹ ਕਿੰਨਾ ਕਰਨਾ, ਤੇ ਫੈਮਿਲੀ ਨੂੰ ਟਾਈਮ ਕਿੰਨਾ ਦੇਣਾ, ਆਪਣਾ ਰਿਸ਼ਤਿਆਂ ਨੂੰ ਕਿੰਨਾ ਟਾਈਮ ਦੇਣਾ ਆ। ਸੋਸ਼ਲ ਵੀ ਸਾਨੂੰ ਹੋਣਾ ਬਹੁਤ ਜ਼ਰੂਰੀ ਹੈ, ਦੂਸਰੇ ਦੀ ਹੈਲਪ ਕਰਨੀ, ਇਹ ਸਾਰਾ ਕੁਛ। ਤਾਂ ਇਹ ਜਿਹੜਾ ਲਵ ਹਾਰਮੋਨ, ਜਦੋਂ ਤੁਸੀਂ ਕਿਸੇ ਦੇ ਵੀ ਪ੍ਰੇਮ ਦੇ ਭਾਵ ਵਿੱਚ ਹੋ, ਭੈਣ ਭਰਾ ਹੋ ਸਕਦੇ ਨੇ, ਮਾਂ ਪੁੱਤ ਹੋ ਸਕਦਾ, ਮਾਂ ਧੀ ਹੋ ਸਕਦੀਆਂ, ਦੋਸਤ ਹੋ ਸਕਦੀਆਂ, ਸਹੇਲੀਆਂ ਹੋ ਸਕਦੀਆਂ, ਸੀਨੀਅਰ ਜੂਨੀਅਰ ਦਾ ਪ੍ਰੇਮ ਹੋ ਸਕਦਾ, ਆਫਿਸ ਵਿੱਚ, ਵਰਕ ਪਲੇਸ ਵਿੱਚ ਤੁਸੀਂ ਕਿਸੇ ਨੂੰ ਪ੍ਰੇਮ ਕਰਦੇ ਹੋ ਸਕਦੇ ਹੋ, ਬਿਨਾਂ ਕਿਸੇ ਰਿਸ਼ਤਿਆਂ ਤੋਂ ਵੀ ਪ੍ਰੇਮ ਹੁੰਦੇ ਨੇ, ਜ਼ਰੂਰੀ ਥੋੜ੍ਹੀ ਉਹਨੂੰ ਕੋਈ ਰਿਸ਼ਤੇ ਦਾ ਹੀ ਨਾਮ ਦੇ ਦੇਣਾ। ਸੋ ਉਹ ਉਦੋਂ ਆਪਣੇ ਆਪ ਹੀ ਨਿਕਲ ਰਿਹਾ ਹੋ ਰਿਹਾ ਹੁੰਦਾ। ਔਰ ਮਾਂ ਜਦੋਂ ਬੱਚੇ ਦੇ ਲਈ ਖਾਣਾ ਬਣਾਉਂਦੀ ਹੈ, ਉਹ ਪ੍ਰੇਮ 'ਚ ਹੀ ਬਣਾਉਂਦੀ ਹਮੇਸ਼ਾ। ਕਦੀ ਦੇਖਿਆ ਮਾਂ ਗੁੱਸੇ 'ਚ ਖਾਣਾ ਬਣਾਉਂਦੀ ਹੋਵੇ? ਹਾਂ, ਉਹ ਪ੍ਰੇਮ ਭਾਵ 'ਚ ਹੀ ਬਣਾਉਂਦੀ, ਉਹ ਉਹਨੂੰ ਤਾਂ ਮੌਜਾਂ ਲੱਗੀਆਂ ਆ। ਜਦੋਂ ਬੱਚੇ ਨੂੰ ਦੁੱਧ ਪਿਲਾਉਂਦੀ ਹੈ ਤਾਂ ਵੀ ਮੌਜਾਂ ਲੱਗੀਆਂ ਨਿਕਲ ਰਹੇ ਨੇ ਉਹਦੇ। ਦੇਖੋ ਕੁਦਰਤ ਕਿੰਨਾ ਮਾਂ ਤੇ ਮਿਹਰਬਾਨ ਹੈ। ਹੈਂ, ਕੁਦਰਤ ਕਹਿੰਦੀ, ਪਰਮਾਤਮਾ ਕਹਿੰਦਾ ਤੂੰ ਮੇਰੇ ਬੱਚੇ ਦਾ ਪਾਲਣ ਕਰ ਰਹੀ ਹੈ ਤਾਂ ਪਰਮਾਤਮਾ ਦਾ ਬੱਚਾ ਨਾ, ਦੇਖ ਮੈਂ ਤੇਰੇ ਵਿੱਚ ਕੀ ਕੀ ਪਾ ਰਿਹਾ, ਲਵ ਹਾਰਮੋਨ ਤੇਰੇ ਵਿੱਚ ਇਹ ਪਾਇਆ ਹੋਇਆ। ਸੋ ਇਹ ਕਦੋਂ ਆਉਂਦਾ? ਜਦੋਂ ਅਸੀਂ ਕਿਸੇ ਦੀ ਕੇਅਰ ਕਰਦੇ ਹਾਂ, ਹੱਗ ਕਰਦੇ ਹਾਂ, ਜੱਫੀ ਪਾਉਣ ਵੇਲੇ ਵੀ ਆਉਂਦਾ।
ਉਹ ਪਤਾ ਕੀ, ਇਹ ਪੜ੍ਹ ਤਾਂ ਲੈਂਦੇ ਅਸੀਂ ਚੀਜ਼ਾਂ, ਹੁਣ ਹੱਗ ਵੀ ਨਕਲੀ ਰਹਿ ਗਿਆ ਮਾੜਾ ਜਿਹਾ, ਹੈਲੋ ਹਾਊ ਆਰ ਯੂ, ਬਸ ਇੰਨਾ ਕਰਕੇ। ਹੱਗ ਦੇ ਵਿੱਚ ਕੋਈ ਫੀਲਿੰਗਸ ਤਾਂ ਹੁੰਦੀਆਂ ਹੀ ਨਹੀਂ ਆ। ਹੱਗ ਵਿਦ ਫੀਲਿੰਗ, ਉਹ ਜੱਫੀ ਦੇ ਵਿੱਚ ਇੱਕ ਪ੍ਰੇਮ ਹੋਵੇ। ਬਿਨਾਂ ਜੱਫੀ ਪਾਇਆ ਵੀ ਉਹ ਪ੍ਰੇਮ ਤੁਹਾਨੂੰ ਹੱਗ ਵਰਗਾ ਫੀਲ ਹੋ ਸਕਦਾ ਜੇ ਤੁਹਾਡੀਆਂ ਫੀਲਿੰਗਸ ਹੋ। ਆਪਣਾ ਤਾਂ ਉਦਾਂ ਹੀ ਰਹਿ ਗਿਆ ਫਾਰਮੈਲਿਟੀ ਜਿਹੀ। ਇੱਥੇ ਤਾਂ ਸਾਰੇ ਇੱਕ ਦੂਸਰੇ ਨੂੰ ਅੱਜ ਕੱਲ੍ਹ ਚਲੋ ਬੰਦ ਨੇ, ਉੱਦਾਂ ਤਾਂ ਕਿੰਨੇ ਹੱਗ ਮਿੰਟਾਂ 'ਚ ਹੀ ਗੱਲ, ਕੋਈ ਫੀਲਿੰਗਸ ਨਹੀਂ ਹੁੰਦੀਆਂ। ਫੀਲਿੰਗਸ ਹੋਣੀਆਂ ਬਹੁਤ ਜ਼ਰੂਰੀ ਹੈ। ਸੋ ਜਿਹੜੇ ਚਾਹੇ ਦੂਰ ਬੈਠਾ ਕੋਈ ਤੁਸੀਂ ਉਹਨੂੰ ਪ੍ਰੇਮ ਕਰ ਰਹੇ ਹੋ, ਤਾਂ ਵੀ ਉਸ ਵਕਤ ਨਿਕਲ ਰਿਹਾ। ਔਰ ਕਈ ਵਾਰ ਪ੍ਰੇਮ 'ਚ ਅੱਖਾਂ 'ਚ ਹੰਝੂ ਆ ਜਾਂਦੇ ਨੇ, ਮਤਲਬ ਝੜੀਆਂ ਲੱਗੀਆਂ ਨੇ ਉਸ ਕੈਮੀਕਲ ਦੀਆਂ ਫਿਰ ਅੰਦਰੋਂ। ਔਰ ਜਿਹੜੇ ਭਗਤ ਨੇ, ਉਹ ਤਾਂ ਪਰਮਾਤਮਾ ਦੇ ਪ੍ਰੇਮ ਵਿੱਚ ਬਾਰ-ਬਾਰ ਭਿੱਜਦੇ ਨੇ। ਉਹਨਾਂ ਦਾ ਫਿਰ ਉਹ ਲਵ ਹਾਰਮੋਨ ਜਿਹੜਾ, ਆਕਸੀਟੋਸਿਨ ਜਿਹੜਾ, ਇਹ ਨਿਕਲ ਰਿਹਾ ਹੈ। ਹਾਂ, ਕਈ ਵਾਰ ਇਹ ਵੀ ਬੈਲੈਂਸ ਨਹੀਂ ਕਰਨਾ ਆਉਂਦਾ। ਇਹ ਵੀ ਡਾਊਨ ਲੈ ਜਾਂਦਾ ਕਈ ਵਾਰ। ਬੰਦਾ ਕਿਸੇ ਦੇ ਪ੍ਰੇਮ ਦੇ ਵਿੱਚ ਇੰਨਾ ਡੁੱਬ ਜਾਂਦਾ ਕਿ ਅਗਰ ਉਹ ਦੂਰ ਚਲਾ ਗਿਆ, ਉਹਦੇ ਵਿਛੋੜੇ ਵਿੱਚ ਹੀ ਫਿਰ ਦੁਖੀ ਹੋ ਜਾਂਦਾ। ਨਹੀਂ, ਜਿੱਥੇ ਪ੍ਰੇਮ ਖੁਸ਼ ਕਰ ਰਿਹਾ ਉੱਥੋਂ ਤੱਕ ਹੀ ਠੀਕ ਆ, ਜਿੱਥੇ ਦੁਖੀ ਕਰਨ ਲੱਗ ਗਿਆ ਉੱਥੇ ਗੜਬੜ ਹੋ ਗਈ। ਇਹ ਬੈਲੈਂਸ ਕਰਨੇ ਵੀ ਬਹੁਤ ਜ਼ਰੂਰੀ ਹੈ। ਕੈਮੀਕਲ ਹੈਗਾ ਮੈਲਾਟੋਨਿਨ, ਇਹ ਨੀਂਦ ਸੌਣ ਵੇਲੇ ਨਿਕਲਦਾ ਹੈ। ਇਹਦਾ ਖੁਸ਼ੀ ਨਾਲ ਨਹੀਂ, ਵੈਸੇ ਕੋਈ ਡਾਇਰੈਕਟ ਨਹੀਂ ਕਿ ਸਿੱਧਾ ਸੰਬੰਧ ਹੈ, ਪਰ ਜਦੋਂ ਸਾਡੀ ਨੀਂਦ ਪੂਰੀ ਹੋ ਜਾਂਦੀ ਹੈ ਤਾਂ ਵੀ ਅਸੀਂ ਖੁਸ਼ ਫੀਲ ਕਰਦੇ ਹਾਂ, ਸ਼ਾਂਤੀ ਫੀਲ ਕਰਦੇ ਹਾਂ। ਉਹ WebMD ਵਾਲੇ ਕਹਿੰਦੇ ਨੇ ਵੀ 7 ਘੰਟੇ ਤੁਸੀਂ ਜ਼ਰੂਰ ਸੌਵੋ, ਕਿਉਂਕਿ ਤੁਸੀਂ ਦਿਮਾਗ ਹੀ ਇੰਨਾ ਥਕਾ ਲੈਂਦੇ ਹੋ। ਇੱਕ ਤਾਂ ਜ਼ਿਆਦਾ ਕੰਪਿਊਟਰ ਤੇ ਕੰਮ ਨੇ ਸਾਰਿਆਂ ਨੂੰ, ਹੈ, ਔਰ ਦੂਸਰਾ ਤੁਸੀਂ ਆਪ ਹੀ ਨਹੀਂ ਛੱਡਦੇ। ਜਿਨ੍ਹਾਂ ਨੂੰ ਕੋਈ ਕੰਪਿਊਟਰ ਤੇ ਕੰਮ ਨਹੀਂ, ਉਹਨਾਂ ਤੋਂ ਵੀ ਜ਼ਿਆਦਾ ਬਿਜ਼ੀ ਨੇ ਉਹ ਆਪਣੇ ਮੋਬਾਈਲਾਂ 'ਚ ਗਰਦਨ ਸੁੱਟ ਕੇ। ਇੰਨਾ ਦਿਮਾਗ ਆਪਣਾ ਇਹਦੇ ਤੇ ਲਾਇਆ ਹੋਇਆ। ਤੇ ਉਹ ਕਹਿੰਦੇ ਨੇ ਫਿਰ ਤੁਹਾਨੂੰ ਰੈਸਟ ਦੇਣ ਦੇ ਲਈ ਬ੍ਰੇਨ ਨੂੰ ਨਾ 7 ਘੰਟੇ ਨੀਂਦ ਬਹੁਤ ਜ਼ਰੂਰੀ ਹੈ। ਹਾਂ, ਇਹ ਕੈਮੀਕਲ ਜਿਹੜਾ ਹੈ ਇਹ ਮੈਡੀਟੇਸ਼ਨ ਵੇਲੇ ਵੀ ਨਿਕਲਦਾ ਹੈ। ਹੁਣ ਇਹਨਾਂ ਨੇ ਮੈਡੀਟੇਸ਼ਨ ਮਸਟ ਕਹਿ ਦਿੱਤਾ, ਸਾਰੀਆਂ ਗੱਲਾਂ ਦੱਸ ਕੇ ਨਾ ਉਹਨੂੰ ਜ਼ਰੂਰੀ ਕਹਿ ਦਿੱਤਾ ਮੈਡੀਟੇਸ਼ਨ। ਅੱਗੇ ਕਹਿੰਦੇ ਵੀ ਪਹਿਲਾਂ ਤਾਂ ਸਿਰਫ ਜਿਹੜੇ ਧਾਰਮਿਕ ਲੋਕ ਸਨ, ਇਹੀ ਬਾਰ-ਬਾਰ ਕਹਿ ਰਹੇ ਸਨ, ਭਾਈ ਤੁਸੀਂ ਬੰਦਗੀ ਕਰੋ, ਚੈਂਟਿੰਗ ਕਰੋ, ਮੈਡੀਟੇਸ਼ਨ ਕਰੋ, ਸ਼ਬਦਾਂ ਦੇ ਜਾਪ ਕਰੋ ਬਾਰ-ਬਾਰ, ਉਹ ਲੋਕ ਕਹਿੰਦੇ ਸਨ। ਪਰ ਅੱਜ ਹੁਣ ਵੈਸਟਰਨ ਸਾਇੰਸ ਵੀ ਇਹ ਗੱਲਾਂ ਕਹਿਣ ਲੱਗ ਗਈ ਹੈ ਕਿ ਤੁਸੀਂ ਮੈਡੀਟੇਸ਼ਨ ਕਰੋ, ਕਿਉਂਕਿ ਉਹਨਾਂ ਨੇ ਰਿਜ਼ਲਟਸ ਦੇਖੇ ਨੇ। ਔਰ ਮੈਡੀਟੇਸ਼ਨ ਵੀ ਕਿੱਦਾਂ ਦੀ ਕਰੋ, ਮਤਲਬ ਕੋਈ ਸ਼ਬਦ ਇੱਦਾਂ ਦਾ ਪੜ੍ਹੋ ਜਿਹੜਾ ਤੁਹਾਨੂੰ ਖੁਸ਼ੀ ਦਿੰਦਾ ਹੋਵੇ, ਜਿਹੜਾ ਤੁਹਾਨੂੰ ਐਕਸਾਈਟਮੈਂਟ ਦਿੰਦਾ ਹੋਵੇ। ਹਨਾ, ਕਰਦੇ ਨਾ ਬਹੁਤ ਸੰਗਤਾਂ ਇੱਕੋ ਸ਼ਬਦ ਦਾ ਜਾਪ ਕਰਦੀਆਂ ਨੇ, ਜਾਂ ਇੱਕ ਸ਼ਬਦ ਸੁਣਨਾ ਚੰਗਾ ਲੱਗਦਾ ਹੈ, ਉਹ ਬਾਰ-ਬਾਰ ਉਸੇ ਨੂੰ ਲਾ ਲੈਣਗੀਆਂ। ਉਹ ਕੀ ਕਾਰਨ ਕੀ ਹੁੰਦਾ, ਰੂਹ ਖੁਸ਼ ਹੁੰਦੀ ਇਹਦੇ ਨਾਲ। ਇਵੇਂ ਕਰ ਲਓ, ਇਹ ਪਹਿਲਾਂ ਇਹੋ ਜਿਹੀ ਪ੍ਰੈਕਟਿਸ ਕਰ ਲਓ, ਫਿਰ ਤਾਂ ਤੁਸੀਂ ਜਿਵੇਂ ਲੈਵਲ ਵਧੀ ਜਾਵੇਗਾ ਤਾਂ ਤੁਸੀਂ ਫਿਰ ਜਿਹੜਾ ਹੈ ਐਲੀਵੇਟਿਡ, ਮਤਲਬ ਸਿਰਫ ਔਰ ਸਿਰਫ ਜਿਹੜੀ ਤੁਹਾਡੀ ਰੂਹ ਪਰਮਾਤਮਾ ਦੇ ਨਾਲ ਹੀ ਕਨੈਕਟ ਹੋ ਰਹੀ ਹੈ, ਫਿਰ ਤਾਂ ਤੁਸੀਂ ਉੱਥੇ ਤੱਕ ਪਹੁੰਚ ਕੇ ਹੀ ਰਹੋਗੇ। ਤੇ ਪਹਿਲਾਂ ਮੰਨ ਲਓ ਕੋਈ ਲੈਕ ਰਗ ਕਮੀ ਰਗ ਲੱਗ ਰਹੀ ਜੀਵਨ ਦੇ ਵਿੱਚ, ਉਦਾਂ ਦਾ ਕੋਈ ਰੈਪੀਟੇਸ਼ਨ ਕਰੀ ਜਾਓ ਸ਼ਬਦ ਦੀ, ਜਿੰਨਾ ਭਰਿਆ ਭੁਰਿਆ ਰਵੇ ਤੁਹਾਡਾ ਸਾਰਾ ਜੀਵਨ, ਹੈ ਨਾ, ਜੋ ਵੀ ਤੁਹਾਨੂੰ ਚੰਗਾ ਲੱਗਦਾ। ਬਾਣੀ ਵਿੱਚ ਬੇਅੰਤ ਬੇਅੰਤ ਸਾਡੇ ਕੋਲ ਸ਼ਬਦ ਨੇ। ਤੇ ਜਿਵੇਂ ਮੰਨ ਲਓ ਕਿ ਅਸੀਂ ਲੱਗਦਾ ਕਮੀਆਂ, ਤਾਂ ਪਰਮਾਤਮਾ ਦੇ ਉਹਨਾਂ ਗੁਣਾਂ ਨੂੰ ਯਾਦ ਕਰਨਾ ਸ਼ੁਰੂ ਕਰ ਦਈਏ ਵੀ ਰੱਬ ਤਾਂ ਦਾਤਾ ਹੈ, ਉਹ ਤਾਂ ਸਭ ਦੀਆਂ ਝੋਲੀਆਂ ਭਰਨ ਵਾਲਾ ਹੈ। ਬੇਸ਼ੱਕ ਏਦਾਂ ਫੀਲ ਹੀ ਕਰੀ ਜਾਓ ਆਪਣੇ ਆਪ, ਮੇਰੀਆਂ ਝੋਲੀਆਂ ਵੀ ਭਰ ਰਿਹਾ ਹੈ, ਮੇਰੇ ਹੀ ਸਾਰੇ ਦੁੱਖ ਰੋਗ ਕਸ਼ਟ ਲੈ ਕੇ ਜਾ ਰਿਹਾ ਹੈ। ਇੱਦਾਂ ਦਾ ਤੁਸੀਂ ਜਿਵੇਂ ਮਰਜ਼ੀ ਤੁਸੀਂ ਫੀਲ ਕਰੀ ਜਾਓ। ਕੋਈ ਪੈਸੇ ਦੀ ਕਮੀ ਹੈ, ਉੱਦਾਂ ਦਾ ਸ਼ਬਦ ਤੁਸੀਂ ਪੜ੍ਹਨਾ ਸ਼ੁਰੂ ਕਰ ਦਿਓ, ਉਹ ਫੀਲ ਕਰਨਾ ਸ਼ੁਰੂ ਕਰ ਦਿਓ ਕਿ ਵਾਹਿਗੁਰੂ ਬਰਕਤਾਂ ਪਾ ਰਿਹਾ ਸਾਡੇ ਘਰ ਵਿੱਚ। ਕੋਈ ਵੀ ਨਹੀਂ ਇੱਦਾਂ ਦਾ ਪੜ੍ਹਨਾ, ਵਾਹਿਗੁਰੂ ਨਾਮ 'ਚ ਹੀ ਸਾਰੀਆਂ ਬਰਕਤਾਂ ਨੇ, ਮੂਲ ਮੰਤਰ ਵਿੱਚ ਹੀ ਸਾਰੀਆਂ ਬਰਕਤਾਂ ਨੇ, ਸਾਰੀ ਬਾਣੀ ਵਿੱਚ ਹੀ ਬਰਕਤਾਂ ਨੇ। ਸੋ ਜਿਹੜਾ ਤਾਂ ਪਰਮਾਤਮਾ ਨੂੰ ਪ੍ਰੇਮ ਕਰਦੇ ਨੇ, ਉਹ ਤਾਂ ਪ੍ਰੇਮ ਦੇ ਲਈ ਕਰਦੇ ਨੇ। ਪਰ ਹੁਣ ਜਿਹੜੇ ਇੰਨੇ ਡਾਊਨ ਗਏ ਹੋਏ ਨੇ, ਉਹ ਕੁਛ ਨਾ ਕੁਛ ਏਦਾਂ ਕਰਕੇ ਆਪਣੇ ਆਪ ਨੂੰ ਹੈਲਪ ਲਓ, ਇਸ ਦੁੱਖ ਵਿੱਚੋਂ, ਇਸ ਕਸ਼ਟ ਵਿੱਚੋਂ, ਇਸ ਰੋਗ ਵਿੱਚੋਂ ਪਰਮਾਤਮਾ ਮੈਨੂੰ ਬਾਹਰ ਕੱਢ ਰਿਹਾ। ਟੋਟਲ ਹੀਲਿੰਗ, ਐਕਚੁਅਲੀ ਟੋਟਲ ਹੀਲਿੰਗ ਜਿਹੜੀ ਨਾ, ਉਹ ਪਰਮਾਤਮਾ ਦੇ ਨਾਮ ਦੇ ਵਿੱਚ ਹੈ। ਪਰ ਆਹ ਚੀਜ਼ਾਂ ਨਾਲ ਜ਼ਰੂਰ ਕਰਨੀਆਂ ਐਕਸਰਸਾਈਜ਼ ਲਈ। ਗੁਰੂ ਮਹਾਰਾਜ ਨੇ ਵੀ ਕਿਹਾ, ਨਾਨਕ ਸੋ ਪ੍ਰਭ ਸਿਮਰਿਏ ਤਿਸ ਦੇਹੀ ਕੋ ਪਾਲ। ਉਹਦਾ ਸਿਮਰਨ ਵੀ ਕਰ, ਇਸ ਦੇਹੀ ਦੀ ਪਾਲਣਾ ਵੀ ਕਰ, ਇਹਨੂੰ ਨਰਿਸ਼ ਕਰ ਵਧੀਆ। ਇਹਨੂੰ ਹੁਣ ਉਹ ਕਹਿੰਦੇ ਨੇ ਹੈਲਦੀ ਫੂਡ ਖਾਓ। ਗੁਰੂ ਨਾਨਕ ਸੱਚੇ ਪਾਤਸ਼ਾਹ ਜੀ ਕਹਿੰਦੇ ਨੇ, ਬਾਬਾ ਹੋਰ ਖਾਣਾ ਖੁਸ਼ੀ ਖੁਆਰ, ਜਿਤ ਖਾਦੇ ਤਿੰਨ ਪੀੜੀਏ ਮਨ ਮੇ ਚਲੇ ਵਿਕਾਰ। ਉਹ ਨਾ ਖਾ ਤਨ ਜਿਹਦੇ ਨਾਲ ਤੈਨੂੰ ਪੀੜਾ ਰੋਗੀ ਹੋ ਜਾਵੇ, ਮਨ ਤੇਰਾ ਦੁਖੀ ਹੋ ਜਾਵੇ, ਉਹ ਨਾ ਖਾ ਤੂੰ।
ਸੋ ਖਾਣਾ ਦਾ, ਹੈਲਦੀ ਡਾਇਟ, ਐਕਸਰਸਾਈਜ਼ਸ, ਅੱਛੇ ਵਿਚਾਰ ਰੱਖਣੇ, ਸੇਵਾ, ਸਿਮਰਨ, ਬੰਦਗੀ, ਇਹ ਸਾਰੀਆਂ ਚੀਜ਼ਾਂ ਸਾਨੂੰ ਪਤਾ ਹੈ ਸੰਗਤ ਜੀ। ਸਾਨੂੰ ਕਿਹਨੂੰ ਨਹੀਂ ਪਤਾ ਇਹ ਚੀਜ਼ਾਂ, ਪਰ ਅਸੀਂ ਕਰਦੇ ਨਹੀਂ। ਥੋੜੇ ਕੁ ਦਿਨ ਐਕਸਰਸਾਈਜ਼ ਕਰਾਂਗੇ, ਫਿਰ ਬਹਿ ਜਾਵਾਂਗੇ ਲੇਜ਼ੀ ਜਿਹੇ ਹੋ ਕੇ। ਇਹ ਜ਼ਰੂਰੀ ਕਰਨੀ ਹੈ, ਰੋਜ਼ ਕਰੋ। ਛੋਟੇ-ਛੋਟੇ ਗੋਲਸ ਰੱਖ ਕੇ ਉਹਨਾਂ ਨੂੰ ਅਚੀਵ ਕਰੀਏ, ਹੈ ਨਾ? ਤਾਂ ਕਿੰਨਾ ਅਸੀਂ ਸੈਲੀਬ੍ਰੇਟ ਕਰ ਸਕਦੇ ਹਾਂ, ਲਾਈਫ ਨੂੰ ਇੰਜੋਏ ਕਰ ਸਕਦੇ ਹਾਂ। ਔਰ ਇੱਥੋਂ ਤੱਕ ਵਿਦਵਾਨ ਲੋਕ ਕਹਿੰਦੇ ਨੇ, ਮਹਾਂਪੁਰਖ ਲੋਕ ਕਹਿੰਦੇ ਨੇ, ਬੰਦਗੀ ਵਾਲੀਆਂ ਰੂਹਾਂ ਕਹਿੰਦੀਆਂ ਨੇ, ਗੁਰਬਾਣੀ ਕਹਿੰਦੀ ਹੈ ਕਿ ਜ਼ਿੰਦਗੀ ਸਵਾਰਨਾ ਚਾਹੁੰਦੇ ਹੋ ਤਾਂ 3 ਚੀਜ਼ਾਂ ਦਾ ਧਿਆਨ ਰੱਖ ਲਓ। ਹੁਣ ਸਾਇੰਸ ਨੂੰ ਛੱਡੀਏ, ਅਸੀਂ ਜ਼ਿੰਦਗੀ ਸਵਾਰਨਾ ਚਾਹੁੰਦੇ ਹੋ 3 ਚੀਜ਼ਾਂ ਨੂੰ ਸੁਧਾਰ ਲਓ। ਆਪਣੀ ਸੋਚ, ਆਪਣੇ ਸ਼ਬਦ, ਆਪਣੇ ਐਕਸ਼ਨਸ। ਕਿਸੇ ਲਈ ਵੀ ਮਾੜਾ ਨਾ ਸੋਚੋ। ਆਪਣੇ ਲਈ ਵੀ ਨਹੀਂ, ਆਪਣੇ ਲਈ ਵੀ ਸੋਚ ਰਹੇ ਨੇ, ਗਿਲਟ 'ਚ ਜਾਂਦੇ ਆ, ਮੈਂ ਨਹੀਂ ਚੰਗਾ, ਮੈਂ ਨਹੀਂ ਵਰਤੀ, ਆਪਣੇ ਆਪ ਨੂੰ ਵੀ ਕਹੀ ਜਾ ਰਹੇ ਆ। ਨਾ ਆਪਣੇ ਲਈ, ਨਾ ਕਿਸੇ ਲਈ। ਸੋਚ ਜਿਹੜੀ ਅੱਛੀ ਰੱਖੋ। ਬੋਲ ਆਪਣੇ ਜਿਹੜੀ ਸੈਲਫ ਟਾਕ ਕਰਦੇ ਆ, ਆਪਣੇ ਲਈ ਵੀ ਔਰ ਦੂਸਰਿਆਂ ਦੇ ਲਈ ਵੀ ਅੱਛੇ ਸ਼ਬਦਾਂ ਦਾ ਇਸਤੇਮਾਲ ਕਰੋ, ਔਰ ਫਿਰ ਤੁਹਾਡੇ ਐਕਸ਼ਨਸ ਅੱਛੇ ਹੋ ਕੇ ਹੀ ਰਹਿਣਗੇ। ਕਰਮ ਵੀ ਅੱਛੇ ਕਰੇ। ਇਹਦੇ ਨਾਲ ਉਹ ਜੋ ਬੀਜਣਾ ਉਹ ਸਾਡੇ ਕੋਲ ਜੀਵਨ ਵਿੱਚ ਆਈ ਜਾਣਾ, ਆਈ ਜਾਣਾ। ਸਾਡਾ ਜਿਹੜਾ ਹਿਸਾਬ ਕਿਤਾਬ ਹੈ ਨਾ ਜ਼ਿੰਦਗੀ ਦੇ ਵਿੱਚ, ਜਦੋਂ ਤਾਂ ਅਸੀਂ ਪਰਮਾਤਮਾ ਦੀਆਂ ਦਿੱਤੀਆਂ ਦਾਤਾਂ ਨੂੰ ਸ਼ੁਕਰਾਨਾ ਕਰਨ ਲੱਗ ਜਾਂਦੇ ਹਾਂ, ਤਾਂ ਵੱਡੀਆਂ ਤੋਂ ਵੱਡੀਆਂ ਬਿਮਾਰੀਆਂ ਸਾਨੂੰ ਛੱਡ ਕੇ ਜਾਣ ਲੱਗ ਜਾਂਦੀਆਂ ਨੇ। ਰਿਸਰਚਸ ਬਹੁਤ ਹੋ ਚੁੱਕੀਆਂ ਨੇ, ਅਸੀਂ ਬਹੁਤ ਵਿਚਾਰਾਂ ਇਹਦੇ ਉੱਤੇ ਕਰ ਚੁੱਕੇ ਹਾਂ। ਔਰ ਜਦੋਂ ਅਸੀਂ ਕੰਪਲੇਂਟਸ ਕਰਦੇ ਹਾਂ, ਇਹ ਵੀ ਨੈਗੇਟਿਵ ਇਮੋਸ਼ਨ ਹੈ ਨਾ, ਸ਼ਿਕਾਇਤਾਂ ਵਾਲਾ ਜਿਹਦਾ ਸੁਭਾਅ ਹੈ, ਉਹ ਦੁਖੀ ਰਹੇਗਾ, ਉਹ ਬਿਮਾਰੀਆਂ ਨੂੰ ਵੈਲਕਮ ਕਰੇਗਾ। ਆਜੋ ਆਜੋ ਮੇਰੇ ਕੋਲ, ਮੈਂ ਤੁਹਾਨੂੰ ਬੁਲਾ ਰਿਹਾ ਸ਼ਿਕਾਇਤਾਂ ਕਰ ਕਰਕੇ ਜ਼ਿੰਦਗੀ ਦੇ ਵਿੱਚ। ਦੁਖੀ ਰਹੇਗਾ ਉਹ ਆਪਣੇ ਜੀਵਨ ਵਿੱਚ, ਹੈ ਨਾ? ਸਭ ਕੁਛ ਹੁੰਦਿਆਂ ਵੀ ਸੰਸਾਰ ਦੀਆਂ ਚੀਜ਼ਾਂ ਉਹ ਇੰਜੋਏ ਨਹੀਂ ਕਰ ਪਾਏਗਾ। ਤੋ ਇੱਕ ਰਾਈਟਰ ਨੇ ਲਿਖਿਆ, ਉਹਨੇ ਪੋਜ਼ਿਟਿਵ ਥਿੰਕਿੰਗ ਦੇ ਉੱਤੇ ਬੁੱਕ ਲਿਖੀ ਸੀ। ਉਹ ਰਾਈਟਰ ਆਪਣਾ ਦੱਸਦਾ ਐਕਸਪੀਰੀਅੰਸ ਇੱਕ। ਉਹ ਕਹਿੰਦਾ ਕਿਤੇ ਅਸੀਂ ਟਰੈਵਲ ਕਰ ਰਹੇ ਸੀ, ਬੜੀ ਅੱਛੀ ਟ੍ਰੇਨ ਸੀ, ਵਧੀਆ ਟ੍ਰੇਨ ਵਿੱਚ ਟਰੈਵਲ ਕਰ ਰਹੇ ਸੀ। ਤੇ ਉਹ ਕਹਿੰਦਾ ਮੇਰੇ ਨਾਲ ਇੱਕ ਹਸਬੈਂਡ ਵਾਈਫ ਵੀ ਬੈਠੇ ਹੋਏ ਸੀ, ਔਰ ਦੇਖ ਕੇ ਵਾਈਫ ਦੇ ਪਹਿਰਾਵੇ ਤੋਂ, ਹਸਬੈਂਡ ਦੇ ਦੇਖ ਕੇ ਲੱਗ ਰਿਹਾ ਸੀ ਕਿ ਅਮੀਰ ਲੋਕ ਨੇ। ਕਿਉਂਕਿ ਉਹ ਕਹਿੰਦਾ ਉਹ ਜਿਹੜੀ ਉਹਦੀ ਵਾਈਫ ਸੀ ਨਾ, ਉਹਦੇ ਗਹਿਣੇ ਬੜੇ ਕੀਮਤੀ ਸੀ, ਬੇਸ਼ੁਮਾਰ ਕੀਮਤੀ ਕੱਪੜੇ, ਉਹਨਾਂ ਦੇ ਜੋ ਜੁੱਤੇ ਪਹਿਨੇ ਹੋਏ ਸਨ, ਇਹ ਦੇਖ ਕੇ ਲੱਗ ਰਿਹਾ ਸੀ ਬੜੇ ਅਮੀਰ ਬੰਦੇ ਨੇ। ਤੇ ਪਰ ਉਹ ਕਹਿੰਦਾ ਵੀ ਜਿਹੜੀ ਉਹਦੀ ਵਾਈਫ ਸੀ ਨਾ, ਕੱਪੜਿਆਂ ਤੋਂ ਲੱਗ ਰਿਹਾ ਸੀ ਬੜੇ ਅਮੀਰ ਨੇ, ਮੈਨੂੰ ਲੱਗਦਾ ਸੀ ਵੀ ਇਹ ਸਭ ਤੋਂ ਕੰਗਾਲ ਇਹੀ ਔਰਤ ਹੈ। ਇਹ ਰਾਈਟਰ ਕਹਿ ਰਿਹਾ। ਕਿਉਂ? ਕਹਿੰਦਾ ਇਸ ਕਾਰਨ ਵੀ ਇੰਨੀ ਵਧੀਆ ਟ੍ਰੇਨ ਸੀ, ਸਾਰੇ ਲੋਕ ਬੜਾ ਇੰਜੋਏ ਕਰਦੇ ਸਫ਼ਰ ਕਰ ਰਹੇ ਸਨ, ਆਪਣੀ ਜਰਨੀ ਨੂੰ ਇੰਜੋਏ ਕਰ ਰਹੇ ਸਨ। ਤੇ ਇਹ ਜਿਹੜੀ ਔਰਤ ਸੀ ਨਾ, ਇਹਨੇ ਆਪਣੇ ਪਤੀ ਦਾ ਸਿਰ ਖਾ ਲਿਆ, ਉਹਨੂੰ ਸ਼ਿਕਾਇਤਾਂ ਹੀ ਕਰੀ ਗਈ। ਇਹਦੇ 'ਚ ਨਹੀਂ ਸੀ ਅਸੀਂ ਆਉਣਾ, ਆਹ ਨਹੀਂ ਚੰਗੀ, ਆਹ ਜਿਹੜਾ ਫੂਡ ਦਿੱਤਾ ਇਹ ਨਹੀਂ ਅੱਛਾ, ਇਹਨਾਂ ਦੀ ਸਰਵਿਸ ਨਹੀਂ ਅੱਛੀ, ਇਹ ਬਸ ਉਹ ਕਹਿੰਦਾ ਸ਼ਿਕਾਇਤਾਂ ਤੇ ਸ਼ਿਕਾਇਤਾਂ। ਸਾਰਿਆਂ ਨੇ ਕਹਿੰਦਾ ਅਸੀਂ ਖਾਧਾ, ਸਾਰਿਆਂ ਨੇ ਇੰਜੋਏ ਕੀਤਾ, ਸਾਰੇ ਆਪਣਾ ਬੜਾ ਸੋਹਣਾ ਆਪਣੀ ਜਰਨੀ ਨੂੰ ਇੰਜੋਏ ਕਰ ਰਹੇ ਸੀ। ਬਸ ਉਹ ਦੁਖੀ, ਕਹਿੰਦਾ ਸ਼ਿਕਾਇਤਾਂ ਹੀ ਸ਼ਿਕਾਇਤਾਂ, ਉਹਦਾ ਸਿਰ ਖਾ ਗਈ ਭਾਈ ਦਾ, ਆਪਣੇ ਪਤੀ ਦਾ। ਤੇ ਉਹ ਕਹਿੰਦਾ ਵੀ ਉਹਨੇ ਦੇਖਿਆ ਵੀ ਲੋਕ ਵੀ ਦੇਖੀ ਜਾ ਰਹੇ ਨੇ ਵੀ ਇਹ ਏਦਾਂ ਕਰਦੀ। ਉਹਨੂੰ ਪਤੀ ਨੇ ਸੋਚਿਆ ਵੀ ਮੈਂ ਹੁਣ ਗੱਲ ਨੂੰ ਚੇਂਜ ਕਰ ਦੇਵਾਂ, ਇਵੇਂ ਹੀ ਅਸੀਂ ਕਰੀਦਾ ਹੈ ਨਾ ਦੁਨੀਆ ਦੇ ਵਿੱਚ, ਆਪਣਾ ਵੀ ਹੁਣ ਬਚੀਏ ਕੁਛ, ਕੀ ਹੋ ਰਿਹਾ। ਉਹਨੇ ਗੱਲ ਚੇਂਜ ਕਰਨੀ ਸ਼ੁਰੂ ਕੀਤੀ। ਰਾਈਟਰ ਕਹਿੰਦਾ ਉਹਨੇ ਮੈਨੂੰ ਪੁੱਛਿਆ ਵੀ ਮਿਸਟਰ ਬਾਏ ਦਾ ਵੇ ਤੁਸੀਂ ਕੀ ਕਰਦੇ ਹੋ? ਇਵੇਂ ਗੱਲ ਚਲਾਈ ਦੀ ਕਿਸੇ ਅਣਜਾਣ ਦੇ ਨਾਲ। ਤੇ ਕਹਿੰਦਾ ਮੈਂ ਕਿਹਾ ਜੀ ਮੈਂ ਰਾਈਟਰ ਹਾਂ। ਤੇ ਕਹਿੰਦਾ ਫਿਰ ਹੁਣ ਮੈਂ ਵੀ ਇੱਕ ਇਹ ਐਟੀਕੇਟਸ ਹੁੰਦੇ ਨੇ, ਮੈਂ ਵੀ ਉਹਨੂੰ ਪੁੱਛਿਆ ਵੀ ਤੁਸੀਂ ਕੀ ਕਰਦੇ ਹੋ? ਤੇ ਉਹਨੇ ਦੱਸਿਆ ਵੀ ਮੈਂ ਲਾਇਰ ਹਾਂ, ਵਕੀਲ ਹਾਂ। ਤੇ ਨਾਲ ਉਹ ਆਪੇ ਦੱਸਣ ਲੱਗ ਗਿਆ। ਉਹ ਕਹਿੰਦਾ ਮੇਰੀ ਵਾਈਫ ਦਾ, ਮੇਰੀ ਪਤਨੀ ਦਾ ਵੀ ਬੜਾ ਵੱਡਾ ਬਿਜ਼ਨਸ ਹੈ। ਕਹਿੰਦਾ ਮੈਂ ਕਿਹਾ ਇਹਨੂੰ ਕੀ ਬਿਜ਼ਨਸ ਕਰਨਾ ਆਉਂਦਾ ਹੋਣਾ, ਇਹ ਲੜਾਕੀ ਜੀ, ਇਹ ਕੀ ਜੀ ਵੀ। ਉਹ ਕਹਿੰਦਾ ਇਹਦਾ ਬੜਾ ਵੱਡਾ ਬਿਜ਼ਨਸ ਹੈ। ਤੇ ਕਹਿੰਦਾ ਹੁਣ ਜਦੋਂ ਉਹਨੇ ਕਿਹਾ ਤੇ ਮੈਨੂੰ ਪੁੱਛਣਾ ਹੀ ਪੈਣਾ ਸੀਗਾ। ਕਹਿੰਦਾ ਮੈਂ ਕਿਹਾ ਕੀ ਇਹਨਾਂ ਦਾ ਬਿਜ਼ਨਸ ਕੀ ਹੈ? ਉਹ ਕਹਿੰਦਾ ਇਹ ਮੈਨੂਫੈਕਚਰ ਕਰਦੇ ਨੇ। ਹੁਣ ਇਹ ਅੱਗੇ ਵੀ ਪੁੱਛਣਾ ਸੀ ਕੀ ਮੈਨੂਫੈਕਚਰ ਕਰਦੇ ਨੇ ਆਪਣੀ ਫੈਕਟਰੀ ਦੇ ਵਿੱਚ, ਜਿਹੜਾ ਇਹਨਾਂ ਦਾ ਇੰਨਾ ਵੱਡਾ ਬਿਜ਼ਨਸ ਹੈ। ਉਹ ਕਹਿੰਦਾ ਵੀ ਇਹਨਾਂ ਦੇ ਨੇ ਤਾਂ ਉਹ ਮਸ਼ੀਨ ਲਗਾਈ ਹੋਈ ਹੈ ਮੈਨੂਫੈਕਚਰਿੰਗ ਦੀ, ਜਿਹੜੀ ਬਸ ਦੁੱਖਾਂ ਦਾ ਹੀ ਨਿਰਮਾਣ ਕਰੀ ਜਾਂਦੀ, ਸ਼ਿਕਾਇਤਾਂ ਦਾ ਹੀ ਨਿਰਮਾਣ ਕਰੀ ਜਾਂਦੀ।
ਸੋ ਗੱਲ ਉਸ ਔਰਤ ਦੀ ਨਹੀਂ ਹੋ ਰਹੀ, ਕਿਤੇ ਨਾ ਕਿਤੇ ਸਾਡੇ ਮਨ ਦੀ ਹੋ ਰਹੀ ਹੈ। ਸੋ ਸਾਡਾ ਮਨ ਹੀ ਨਿਰਮਾਣ ਕਰੀ ਜਾਂਦਾ ਨਾ ਸ਼ਿਕਾਇਤਾਂ ਨੂੰ, ਦੁੱਖਾਂ ਨੂੰ। ਬਾਕੀ ਲੋਕ ਉਹਦੇ 'ਚ ਠੀਕ ਹੋਣਗੇ। ਕੌਣ ਹੋਣਗੇ ਠੀਕ? ਜਿਨ੍ਹਾਂ ਨੂੰ ਆਪਣੇ ਇਮੋਸ਼ਨਸ ਬੈਲੈਂਸ ਕਰਨੇ ਆਉਂਦੇ ਨੇ, ਜਿਨ੍ਹਾਂ ਨੂੰ ਜੋ ਦਿੱਤਾ ਹੈ ਪਰਮਾਤਮਾ ਨੂੰ ਉਹਨੂੰ ਦੇਖ ਕੇ ਸ਼ੁਕਰਾਨਾ ਕਰਨਾ ਆਉਂਦਾ ਹੈ। ਔਰ ਜਿਹਨਾਂ ਨੂੰ ਦਿੱਤੀਆਂ ਦਾਤਾਂ ਦਾ ਸ਼ੁਕਰਾਨਾ ਨਹੀਂ ਆਉਂਦਾ, ਜੋ ਨਹੀਂ ਹੈ ਉਹਦੀਆਂ ਸ਼ਿਕਾਇਤਾਂ ਵਿੱਚ ਜਿਨ੍ਹਾਂ ਨੂੰ ਦੁਖੀ ਰਹਿਣਾ ਆਉਂਦਾ ਹੈ, ਤੋ ਦੂਸਰਿਆਂ ਦੇ ਨੁਕਸ ਕੱਢੀ ਜਾਣੀ, ਕੰਪਲੇਂਟਸ ਕਰੀ ਜਾਣਾ, ਜੈਲਸੀ ਕਰੀ ਜਾਣੀ। ਹੁਣ ਗੁਰਬਾਣੀ ਨੇ ਕਿੰਨਾ ਸਾਨੂੰ ਸਮਝਾਇਆ ਹੈ, ਕਿਸੇ ਦਾ ਮਨ ਵਿੱਚ ਬੁਰਾ ਸੋਚੀ ਜਾਣਾ। ਮਹਾਰਾਜ ਕਹਿੰਦੇ ਪਰ ਕਾ ਬੁਰਾ ਨਾ ਰੱਖੋ ਚੀਤ, ਤੁਮਕੋ ਦੁੱਖ ਨਹੀਂ ਭਾਈ ਮੀਤ। ਦੇਖੋ ਇਮੋਸ਼ਨਸ ਦੇ ਉੱਤੇ ਕਿਵੇਂ ਗੁਰਬਾਣੀ ਸਾਨੂੰ ਸਮਝਾਉਂਦੀ, ਕਿਵੇਂ ਕੰਮ ਕਰੋ। ਕਿਸੇ ਦਾ ਮਨ 'ਚ ਬੁਰਾ ਹੀ ਨਾ ਰੱਖੋ, ਤੁਸੀਂ ਦੁਖੀ ਨਹੀਂ ਰਹੋਗੇ। ਜਿਹੜਾ ਸਾਡਾ ਬੁਰਾ ਕਰ ਰਿਹਾ ਉਹਦਾ ਤਾਂ ਕਰਾਂਗੇ ਮਹਾਰਾਜ ਜੀ ਅਸੀਂ, ਚਲੋ ਉਦਾਂ ਨਹੀਂ ਕਿਸੇ ਦਾ ਬੁਰਾ ਕਰਾਂਗੇ। ਜਿਹੜਾ ਸਾਡਾ ਬੁਰਾ ਕਰ ਰਿਹਾ ਉਹਨੂੰ ਤਾਂ ਫਿਰ ਦੋ ਚਾਰ ਅਸੀਂ ਵੀ ਕੁਛ ਕਰੀਏ। ਗੁਰੂ ਮਹਾਰਾਜ ਕਹਿੰਦੇ ਨਹੀਂ, ਫਰੀਦਾ ਬੁਰੇ ਦਾ ਭਲਾ ਕਰ, ਗੁੱਸਾ ਮਨ ਨਾ ਹੰਡਾਏ, ਦੇਹੀ ਰੋਗ ਨਾ ਲੱਗਈ ਪੱਲੇ ਸਭ ਕੁਛ ਪਾਏ। ਤੈਨੂੰ ਦੇਹ ਨੂੰ ਰੋਗ ਵੀ ਨਹੀਂ ਲੱਗਣਗੇ, ਤੂੰ ਪਰਮਾਤਮਾ ਨੂੰ ਪਾ ਲਏਗਾ। ਕਿਉਂਕਿ ਜਦੋਂ ਜਿਵੇਂ ਅਸੀਂ ਸੰਗਤ ਕਰੀ ਜਾਵਾਂਗੇ, ਬਾਣੀ ਪੜ੍ਹੀ ਜਾਵਾਂਗੇ, ਤਾਂ ਬਿਸਰ ਗਈ ਸਭ ਤਾਤ ਪਰਾਈ, ਜਬ ਤੇ ਸਾਧ ਸੰਗਤ ਮੋਹਿ ਪਾਈ। ਨਾ ਕੋ ਬੈਰੀ ਨਾ ਹੀ ਬੇਗਾਨਾ, ਸਗਲ ਸੰਗ ਹਮਕੋ ਬਣਾਈ। ਅੰਦਰ ਦੀ ਈਰਖਾ ਜਿਹੜੀ ਜੈਲਸੀ ਹੈ, ਤਾਤ ਪਰਾਈ ਹੈ। ਨੁਕਸਾਨ ਸਾਨੂੰ ਹੋ ਰਿਹਾ, ਈਰਖਾ ਕਿਸੇ ਨਾਲ ਕਰ ਰਹੇ, ਬੁਰਾ ਕਿਸੇ ਦਾ ਸੋਚ ਰਹੇ, ਦੁਖੀ ਅਸੀਂ ਹੋ ਰਹੇ। ਸੋ ਤਿੰਨ ਚੀਜ਼ਾਂ ਫੇਰ ਗੁਰਬਾਣੀ ਵਿੱਚ ਵੀ ਇਹੀ ਮਨ ਵਾਚਕ ਕ੍ਰਮ, ਤਿੰਨ ਚੀਜ਼ਾਂ ਨੂੰ ਸੁਧਾਰਨ ਨੂੰ ਕਿਹਾ। ਆਪਣੀ ਸੋਚ ਸੁਧਾਰੀਏ, ਚੰਗਾ ਹੀ ਸੋਚੀਏ ਆਪਣੇ ਲਈ, ਚੰਗਾ ਸੋਚੀਏ ਦੂਸਰਿਆਂ ਲਈ, ਚੰਗਾ ਹੀ ਬੋਲੀਏ ਆਪਣੇ ਲਈ, ਚੰਗਾ ਬੋਲੀਏ ਦੂਸਰਿਆਂ ਲਈ, ਤਾਂ ਐਕਸ਼ਨ ਸਾਡੇ ਚੰਗੇ ਹੋ ਕੇ ਹੀ ਰਹਿਣਗੇ। ਭਲਾ ਹੀ ਸੋਚੋ, ਭਲਾ ਹੀ ਕਰੋ, ਭਲਾ ਹੀ ਬੋਲੋ। ਨਾਨਕ ਨਾਮ ਚੜ੍ਹਦੀ ਕਲਾ, ਤੇਰੇ ਭਾਣੇ ਸਰਬੱਤ ਦਾ ਭਲਾ। ਸੋ ਸਾਰਾ ਇਹਦੇ ਵਿੱਚ ਸਾਡੇ ਇਮੋਸ਼ਨਸ ਬਸ ਇਹ ਬੇਸਿਕ ਇਹੀ ਹੈ, ਭਲਾ ਸੋਚਣਾ, ਭਲਾ ਬੋਲਣਾ, ਭਲਾ ਕਰਨਾ, ਚੰਗਾ ਸੋਚਣਾ, ਚੰਗਾ ਬੋਲਣਾ, ਚੰਗਾ ਕਰਨਾ। ਸੰਗਤ ਜੀ ਹੋਈਆਂ ਬੇਅੰਤ ਪ੍ਰਕਾਰ ਦੀਆਂ ਭੁੱਲਾਂ ਗਲਤੀਆਂ ਆਪ ਜੀ ਬਖਸ਼ ਦੇਣਾ ਜੀ। ਹਮੇਸ਼ਾ ਹੀ ਆਪਣੀਆਂ ਅਸੀਸਾਂ ਬਣਾ ਕੇ ਰੱਖਣਾ। ਬੜੀਆਂ ਪਿਆਰੀਆਂ ਪਿਆਰੀਆਂ ਸੰਗਤਾਂ ਹੋ ਆਪ ਜੀ, ਤੁਹਾਡੇ ਇੰਤਜ਼ਾਰ ਸਾਨੂੰ ਹਮੇਸ਼ਾ ਹੀ ਰਹਿੰਦਾ ਹੈ। ਤੇ ਗੁਰੂ ਮਹਾਰਾਜ ਜੀ ਸਾਡੇ ਸਾਰਿਆਂ ਦੇ ਇਮੋਸ਼ਨਸ ਜਿਹੜੇ ਨੇ ਪਵਿੱਤਰ, ਪ੍ਰੇਮ ਵਾਲੇ, ਇੱਕ ਦੂਸਰਿਆਂ ਦੀ ਜਿਹੜਾ ਹੈ ਭਲਾ ਕਰਨ ਵਾਲੇ ਸਾਡੇ ਸਾਰਿਆਂ ਦੇ ਉੱਤੇ ਗੁਰੂ ਮਹਾਰਾਜ ਜੀ ਬਖਸ਼ਿਸ਼ਾਂ ਕਰਨ। ਇਹੀ ਸਾਡੀਆਂ ਅਰਦਾਸਾਂ ਬੇਨਤੀਆਂ ਨੇ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ ਜੀ।